गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे गुरबाणी गुरु विच गुरु साहिबाना ने भगतां ने आपां नूं भेज दिता सच दा अते नाम दा। सच साडा सारियां दा माता पिता, साडा मूल, जिस नूं आपां वाहिगुरु कहने। नाम उन्हां दे मुख दे विचों प्रगट हुई हुई आवाज़, जिस नूं सतनाम कहंदे, हर नाम कहंदे। हुण जो सच है रमात्मा वो कदे पुराना नहीं ਹੁੰਦਾ। ये जो नाम है ये नाम कदे मैला नहीं ਹੁੰਦਾ, नाम नूं मैल नहीं लगती। इसलिए इस नाम निरंजन कहंदे, माया तो रहत भी जिहड़ा मैला नहीं। महाराज सच्चे पातशाह फरमाउंदे सच पुराना ना थीए, नाम न मैला होए। गुर के भाने जे चले बहुत न आवन होए। बई जे हुण असीं नाम नूं बुझ लीए,
ਜੇ ਅਸੀਂ ਸੱਚ ਪਰਮਾਤਮਾ ਦੇ ਸਨਮੁਖ ਹੋ ਜਾਈਏ, ਬਾਣੀ ਵਿੱਚ ਆ ਜਾਈਏ, ਹੁਕਮ ਵਿੱਚ ਆ ਜਾਈਏ, ਫਿਰ ਸਾਡਾ ਦੁਬਾਰਾ ਆਉਣ ਜਾਣ ਨਹੀਂ ਹੁੰਦਾ। ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਸਦਾ ਲਈ ਸਾਨੂੰ ਜੋ ਅਮਰ ਪਦਵੀ ਹੈ ਉਹਦੀ ਪ੍ਰਾਪਤੀ ਹੋ ਜਾਂਦੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਜੋ ਸੱਚ ਪਰਮਾਤਮਾ ਜੋ ਕਦੇ ਪੁਰਾਣਾ ਨਹੀਂ ਹੁੰਦਾ, ਉਹ ਸਦਾ ਹੈ, ਸਦਾ ਰਹਿਣ ਵਾਲਾ ਹੈ। ਜਦੋਂ ਇੱਥੇ ਕੁਛ ਵੀ ਨਹੀਂ ਸੀ ਉਦੋਂ ਵੀ ਸੱਚ ਸੀ, ਯੁੱਗਾਂ ਤੋਂ ਪਹਿਲਾਂ, ਹੁਣ ਵੀ ਇਹ ਯੁੱਗਾਂ ਦੇ ਵਿੱਚ। ਅਤੇ ਜਦੋਂ ਇੱਥੇ ਕੁਛ ਵੀ ਨਹੀਂ ਰਹੇਗਾ ਫਿਰ ਵੀ ਰਹੇਗਾ ਮਾਲਕ। ਇਸ ਲਈ ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰਮਾਤਮਾ ਜੋ ਹੈ ਸੱਚ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਤੋਂ ਹੀ ਸਾਰਾ ਕੁਛ ਪੈਦਾ ਹੋਇਆ। ਜਿਵੇਂ ਸੰਸਾਰ ਦੇ ਵਿੱਚ ਤਾਂ ਹਰ ਇੱਕ ਜੀਵ ਨੂੰ ਪੈਦਾ ਕਰਨ ਵਾਲਾ ਕੋਈ ਨਾ ਕੋਈ, ਪਰਮਾਤਮਾ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਉਸ ਨੂੰ ਕੋਈ ਥਾਪਣ ਵਾਲਾ ਨਹੀਂ। ਜਿਵੇਂ ਇੱਧਰ ਥਾਪਿਆ ਜਾਂਦਾ ਇਸ ਸੰਸਾਰ ਦੇ ਵਿੱਚ, ਉਹਨੂੰ ਕਿਸੇ ਨੇ ਥਾਪਿਆ ਨਹੀਂ। ਥਾਪਿਆ ਨਾ ਜਾਈ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਈ। ਬਈ ਮਾਲਕ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹਦਾ ਕੋਈ ਮਾਂ ਬਾਪ ਨਹੀਂ ਹੈ, ਉਹੀਓ ਸਭ ਦਾ ਮਾਂ ਪਿਓ। ਉਹ ਤੋਂ ਹੀ ਸਾਰਾ, ਮਾਲਕ ਤੋਂ ਹੀ ਇਹ ਪਸਾਰਾ ਹੈ। ਇਸ ਲਈ ਮਹਾਰਾਜ ਕਹਿੰਦੇ ਵੀ ਤੈਨੂੰ ਕੋਈ ਜਿਉਣ ਵਾਲਾ ਨਹੀਂ, ਤੈਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਵੀ ਤੇਰਾ ਕੋਈ ਮਾਤਾ ਪਿਤਾ ਨਹੀਂ, ਤੇਰਾ ਕੋਈ ਰੂਪ ਰੰਗ, ਕੋਈ ਰੇਖ ਭੇਖ ਨਹੀਂ, ਐਸੀ ਕੋਈ ਥਾਂ ਨਹੀਂ ਵੀ ਜਿੱਥੇ ਤੂੰ ਨਾ ਹੋਵੇਂ। ਫਿਰ ਤੇਰੇ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ, ਕੋਈ ਪਿਆਸ ਨਹੀਂ ਹੈ, ਤੂੰ ਪੂਰਾ ਰੁੱਝਿਆ ਪੁੱਜਿਆ ਹੋਇਆ ਹੈ। ਮਹਾਰਾਜ ਕਹਿੰਦੇ, ਨਾ ਤਿਸ ਮਾਈ ਨਾ ਬਾਪ ਕਿਨ ਤੂੰ ਜਾਇਆ, ਨਾ ਤਿਸ ਰੂਪ ਨਾ ਰੇਖ ਵਰਨ ਸਵਾਇਆ, ਨਾ ਤਿਸ ਭੁੱਖ ਪਿਆਸ ਰੱਜਾ ਧਾਇਆ। ਬਈ ਤੇਰੇ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ, ਕੋਈ ਪਿਆਸ ਨਹੀਂ, ਤੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਤੇਰਾ ਕੋਈ ਮਾਂ ਪਿਓ ਨਹੀਂ। ਹੁਣ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਫਿਰ ਉਹਦੇ ਨਾਲ ਜੋੜਿਆ, ਸੱਚ ਦੇ ਪਰਮਾਤਮਾ ਦੇ, ਵੀ ਜਿਹਤੋਂ ਇਹ ਸਾਰਾ ਪਸਾਰਾ ਹੋਇਆ, ਵੀ ਉਹਦੀ ਅਰਾਧਨਾ ਕਰੋ, ਉਹਦੇ ਨਾਲ ਜੁੜੋ, ਜਿਹਦੇ ਅਸੀਂ ਸਾਰੇ ਬੱਚੇ ਹਾਂ, ਨਿਰੰਕਾਰ ਦੇ, ਵਾਹਿਗੁਰੂ ਦੇ। ਜਿਵੇਂ ਭਗਤਾਂ ਨੇ ਆਖਿਆ, ਬਾਬਾ ਕਬੀਰ ਜੀ ਕਹਿੰਦੇ ਵੀ ਜੋ ਸਾਡਾ ਠਾਕੁਰ ਹੈ, ਵੀ ਜਿਹਦੀ ਅਸੀਂ ਭਗਤੀ ਕਰਦੇ ਉਹਦਾ ਕੋਈ ਮਾਂ ਪਿਓ ਨਹੀਂ। ਕਬੀਰ ਕੋ ਠਾਕਰ ਐਸੋ ਸੁਆਮੀ, ਜਾ ਕਾ ਮਾਈ ਨਾ ਬਾਪੂ ਰੇ। ਵੀ ਸਾਡਾ ਜਿਹੜਾ ਸੁਆਮੀ, ਉਹਦਾ ਕੋਈ ਮਾਂ ਪਿਓ ਨਹੀਂ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਤੋਂ ਹੀ ਸਾਰਾ ਕੁਛ ਪੈਦਾ ਹੋਇਆ, ਮਾਲਕ ਤੋਂ, ਪਰਮਾਤਮਾ 'ਚ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਸਾਡਾ ਸਭ ਦਾ ਮੂਲ ਹੈ, ਪਰਮਾਤਮਾ, ਅਤੇ ਉਹਦੇ ਨਾਲ ਜੁੜੋ ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ, ਸਦਾ ਨਵਾਂ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਬਈ ਸਦਾ ਹੀ ਸਾਨੂੰ ਜੀਵਨ ਦਾਤਾਂ ਦੇਣ ਵਾਲਾ, ਸਦਾ ਹੀ ਉਹ ਰੱਜਿਆ ਪੁੱਜਿਆ ਹੋਇਆ। ਅਤੇ ਆਪਾਂ ਨੂੰ ਕਹਿੰਦੇ ਸਦਾ ਨਵਾਂ, ਨਿਤ ਨਵਾਂ, ਰੋਜ਼, ਵੀ ਉਹ ਪੁਰਾਣਾ ਕਦੇ ਹੁੰਦਾ ਹੀ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ
ਵੀ ਜਦੋਂ ਅਸੀਂ ਮਾਲਕ ਪਰਮਾਤਮਾ ਦੇ ਨਾਲ ਜੁੜਾਂਗੇ ਅਤੇ ਫਿਰ ਸਾਡਾ ਜਿਹੜਾ ਜੀਵਨ ਹੈ ਇਸ ਸੰਸਾਰ ਦੇ ਵਿੱਚ ਜਿਹੜਾ ਸਾਡਾ ਆਉਣਾ ਫਿਰ ਇਹ ਸਫਲ ਹੈ। ਕਿਉਂਕਿ ਜੋ ਸਾਨੂੰ ਮਾਨਸ ਜਾਮਾ ਮਿਲੇ ਆ ਇਹ ਮਿਲੇ ਹੀ ਇਸ ਵਾਸਤੇ ਵੀ ਹੁਣ ਅਸੀਂ ਸੱਚ ਨਾਲ ਜੁੜ ਜੀ, ਹੁਣ ਅਸੀਂ ਪਾਣੀ ਦੇ ਵਿੱਚ ਆ ਜਾਈਏ, ਹੁਣ ਅਸੀਂ ਹੁਕਮ ਨੂੰ ਬੁੱਝ ਲਈਏ। ਇਹ ਮੌਕਾ ਇਹ ਵਾਰੀ ਸਿਰਫ ਆਪਾਂ ਨੂੰ ਮਾਨਸ ਜਾਮੇ ਵਿੱਚ ਹੀ ਦਿੱਤੀ ਜਾਂਦੀ, ਹੋਰ ਕਿਸੇ ਆਕਾਰ ਦੇ ਵਿੱਚ, ਹੋਰ ਕਿਸੇ ਜੂਨ ਦੇ ਵਿੱਚ 84 ਲੱਖ ਜੂਨ ਤੋਂ ਉੱਤਮ ਇਹ ਮਾਨਸ ਜਾਮਾ ਹੈ, ਮਾਨਸ ਦੇਹੀ। ਹੁਣ ਇਹਦੇ ਵਿੱਚ ਹੀ ਆਪਾਂ ਨੂੰ ਸਾਰਾ ਭੇਦ ਦਿੱਤਾ ਜਾ ਰਿਹਾ ਹੈ। ਸਭ ਦੇ ਅੰਦਰ ਹੀ ਨਾਮ ਹੈ, ਇਹ ਨਹੀਂ ਵੀ ਕਿਸੇ ਦੇ ਅੰਦਰ ਹੈ ਨਹੀਂ। ਜਿੰਨੇ ਵੀ 84 ਲੱਖ ਜੂਨ ਹੈ ਸਭ ਦੇ ਅੰਦਰ ਨਾਮ ਹੈ। ਇਹ ਨਾਮ ਨੂੰ ਬੀਜ ਮੰਤਰ ਕਹਿੰਦੇ। ਸਭ ਦੇ ਅੰਦਰ ਇਹ ਬੀਜ ਮੰਤਰ ਹੋਣ ਕਰਕੇ ਸਭ ਨੂੰ ਗਿਆਨ ਹੈ, ਕਿਸੇ ਨੂੰ ਥੋੜ੍ਹਾ ਕਿਸੇ ਨੂੰ ਜ਼ਿਆਦਾ ਹੈ। ਸਭ ਨੂੰ ਕੋਈ ਵੀ ਛੋਟਾ ਜੀਵ, ਛੋਟਾ ਜਿਹਾ ਕੀੜਾ, ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰੋ ਆਪਦੀ ਜਾਨ ਬਚਾਉਣ ਵਾਸਤੇ, ਭੱਜਦਾ। ਉਹ ਕਿਉਂ ਭੱਜ ਰਹੇ ਹੈ? ਕਿਉਂਕਿ ਉਹਨੂੰ ਗਿਆਨ ਉਹਨੂੰ ਕਿਉਂ ਹੈ? ਕਿਉਂਕਿ ਉਹਦੇ ਅੰਦਰ ਨਾਮ ਹੈ। ਮਾਰੇ ਫਰਮਾਉਂਦੇ ਬੀਜ ਮੰਤਰ ਸਰਬ ਕੋ ਗਿਆਨ। ਬਈ ਇਹ ਸਭ ਦੇ ਅੰਦਰ ਬੀਜ ਮੰਤਰ ਨਾਮ ਹੋਣ ਕਰਕੇ ਸਭ ਨੂੰ ਗਿਆਨ। ਕਿਸੇ ਨੂੰ ਥੋੜ੍ਹਾ, ਕਿਸੇ ਨੂੰ ਉਦੋਂ ਜ਼ਿਆਦਾ। ਅਤੇ ਮਾਨਸ ਜਾਮੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਗਿਆਨ ਦਿੱਤਾ, ਸਭ ਤੋਂ ਜ਼ਿਆਦਾ। ਹੁਣ ਉਹਨਾਂ ਜੂਨਾਂ ਦੇ ਵਿੱਚ, ਆਕਾਰਾਂ ਦੇ ਵਿੱਚ ਉਹ ਨਾਮ ਨੂੰ ਬੁੱਝ ਨਹੀਂ ਸਕਦੇ। ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੈ, ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਵੀ ਨਾਮ ਸਾਡੇ ਅੰਦਰ ਕਿੱਥੇ ਹੈ, ਵੀ ਕਿਵੇਂ ਅਸੀਂ ਉਹਨੂੰ ਸੁਣ ਸਕਦੇ ਹਾਂ, ਸੱਚ ਪਰਮਾਤਮਾ ਨੂੰ ਕਿਵੇਂ ਦੇਖ ਸਕਦੇ। ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ, ਕਿਉਂਕਿ ਉਹਨਾਂ ਨੂੰ ਵਾਰੀ ਨਹੀਂ ਹੈ, ਉਹਨਾਂ ਨੂੰ ਮੌਕਾ ਨਹੀਂ ਹੈ। ਸਿਰਫ ਮਾਨਸ ਜਾਮੇ ਵਿੱਚ ਹੀ ਇਹ ਆਪਾਂ ਨੂੰ ਮੌਕਾ ਦਿੱਤਾ ਜਾਂਦਾ ਵੀ ਹੁਣ ਤੁਸੀਂ ਨਾਮ ਦਾ ਭੇਤ ਲੈ ਲਓ, ਹੁਣ ਤੁਸੀਂ ਸੱਚ ਪਰਮਾਤਮਾ ਦਾ ਭੇਤ ਲੈ ਲਓ, ਸੱਚ ਦੇ ਸਨਮੁਖ ਹੋ ਜਾਓ। ਵਾਹਿਗੁਰੂ ਜੀ ਉਹਨੂੰ ਦੇਖੋ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਜੇ ਸਾਨੂੰ ਮਾਨਸ ਜਾਮਾ ਵੀ ਮਿਲ ਗਿਆ, ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਜੇ ਅਸੀਂ ਹੁਕਮ ਨੂੰ ਬੁੱਝਿਆ ਨਹੀਂ, ਪਰਮਾਤਮਾ ਨਿਰੰਕਾਰ ਦੇ ਸਨਮੁਖ ਨਹੀਂ ਹੋਏ, ਅਤੇ ਫਿਰ ਸਾਨੂੰ ਇਹ ਮਾਨਸ ਜਾਮੇ ਦਾ ਵੀ ਕੋਈ ਲਾਹਾ ਨਹੀਂ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਆਪਣੇ ਆਪੇ ਦੀ ਪਹਿਚਾਣ ਕਰੋ। ਮਨ ਨੂੰ ਕਹਿੰਦੇ ਵੀ ਤੂੰ ਹੈ ਕੌਣ ਹੈ, ਤੂੰ ਕੀ ਹੈ। ਜਦੋਂ ਹੁਣ ਸਾਨੂੰ ਇਹ ਖੇਲ ਦੇ ਵਿੱਚ ਉਤਾਰਿਆ ਗਿਆ ਸੀ, ਸਤਿਯੁਗ ਦੇ ਵਿੱਚ ਸਾਡੇ ਮਨ ਨੂੰ ਪਰਮਹੰਸ ਕਿਹਾ ਜਾਂਦਾ ਸੀ। ਮਹਾਰਾਜ ਕਹਿੰਦੇ ਵੀ ਮੇਰਾ ਬੱਚਾ ਹੈ ਅਤੇ ਪਰਮਹੰਸ। ਸਤਿਯੁਗ ਬੀਤ ਗਿਆ, ਅੱਗੇ ਦੁਆਪਰ ਆ ਗਿਆ, ਅਤੇ ਉਹਦੇ 'ਚ ਸਾਨੂੰ ਮਾਨਸ ਕਹਿਣ ਲੱਗੀ। ਸਾਡੇ ਅੰਦਰ ਹਉਮੈ ਆ ਗਈ ਅਤੇ ਅਸੀਂ ਫੇਰ ਨਾ ਵਾਪਸ ਗਏ, ਫੇਰ ਨਾ ਆਪਦੇ ਘਰ ਦੀ ਸੱਚ ਦੀ ਪਹਿਚਾਣ ਕੀਤੀ, ਹੁਕਮ ਨੂੰ ਬੁੱਝਿਆ। ਅੱਗੇ ਤ੍ਰੇਤਾ ਆ ਗਿਆ, ਸਾਡੇ ਅੰਦਰ ਹੋਰ ਹਉਮੈ ਆ ਗਈ, ਅਸੀਂ ਫੇਰ ਨਾ ਘਰ ਗਏ ਵਾਪਸ। ਹੁਣ ਇਹ ਚੌਥਾ ਯੁੱਗ ਹੈ, ਕਲਯੁੱਗ। ਸਾਡਾ ਜਿਹੜਾ ਮਨ ਸੀ ਇਹਨੇ ਪ੍ਰੇਤ ਰੂਪ ਧਾਰਨ ਕਰ ਲਈ, ਇਹ ਪ੍ਰੇਤ ਬਣ ਗਈ। ਪਹਿਲਾਂ ਪਰਮਹੰਸ ਸੀ, ਫਿਰ ਮਾਨਸ ਬਣਿਆ, ਅੰਦਰ ਹਉਮੈ ਆ ਗਈ। ਅਤੇ ਕਲਯੁੱਗ 'ਚ ਕਹਿੰਦੇ ਆ ਕਿ ਨਹੀਂ, ਪ੍ਰੇਤ ਰੂਪ ਧਾਰਨ ਕਰ ਲਿਆ, ਪ੍ਰੇਤ ਬਣ ਗਈ।
ਹੁਣ ਕਲਯੁਗ ਦੇ ਸਮੇਂ ਵਿੱਚ ਕਿਹੜੇ ਮਨ ਪ੍ਰੀਤ ਨੇ? ਮਹਾਰਾਜ ਕਹਿੰਦੇ ਜਿਨ੍ਹਾਂ ਨੇ ਰਾਮ ਦੀ ਵਾਹਿਗੁਰੂ ਦੀ ਪਹਿਚਾਣ ਨਹੀਂ ਕੀਤੀ, ਮਤਲਬ ਜਿਨ੍ਹਾਂ ਨੇ ਮਾਲਕ ਨੂੰ ਦੇਖਿਆ ਨਹੀਂ, ਜਿਹੜੇ ਮਾਲਕ ਦੇ ਸਨਮੁਖ ਨਹੀਂ ਹੋਏ। ਕਲਯੁਗ ਦੇ ਵਿੱਚ ਉਹ ਸਾਰੇ ਮਨ ਪ੍ਰੀਤ ਨੇ। ਸਤਿਗੁਰੂ ਫਰਮਾਉਂਦੇ ਕਲ ਮੈਂ ਪ੍ਰੀਤ ਜਿਨੀ ਰਾਮ ਨਾ ਪਛਾਤਾ, ਸਤਿਜੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤੇ ਵਿਰਲੇ ਹਉਮੈ ਮਾਰੀ। ਬਈ ਸਤਿਜੁਗ ਦੇ ਵਿੱਚ ਪਰਮਹੰਸ ਸੀ, ਦੁਆਪਰ ਤ੍ਰੇਤੇ 'ਚ ਮਾਨਸ ਕਹਿਣ ਲੱਗੇ ਤੇ ਅੰਦਰ ਹਉਮੈ ਆ ਗਈ, ਪਰ ਵਿਰਲੇ ਨੇ, ਕਿਸੇ ਵਿਰਲਿਆਂ ਨੇ ਉਹ ਹਉਮੈ ਨੂੰ ਮਾਰਿਆ, ਖਤਮ ਕੀਤੀ। ਤੇ ਕਲਯੁਗ ਦੇ ਵਿੱਚ ਆ ਕੇ ਕਹਿੰਦੇ ਹੁਣ ਜਿਹੜਾ ਮਨ ਸੀ ਪ੍ਰੀਤ ਬਣ ਗਿਆ। ਤੇ ਆਪਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਦੇਖੋ ਬਈ ਤੁਸੀਂ ਪਰਮਹੰਸ ਹੋ ਜਾਂ ਤੁਸੀਂ ਮਾਨਸ ਹੋ ਜਾਂ ਸਾਡਾ ਮਨ ਪ੍ਰੀਤ ਬਣ ਗਿਆ। ਹੁਣ ਫਿਰ ਪ੍ਰੀਤ ਮਨ ਦੀ ਨਿਸ਼ਾਨੀ ਦੱਸ ਦਿੱਤੀ ਬਈ ਜਿਹੜਾ ਮਨ ਪ੍ਰੀਤ ਬਣ ਜਾਂਦਾ ਉਹਦੀ ਨਿਸ਼ਾਨੀ ਕੀ ਹੈ? ਜਿਹੜਾ ਮਨ ਪ੍ਰੀਤ ਬਣਦਾ ਉਹਦਾ ਮਾਇਆ ਦੇ ਨਾਲ ਮੋਹ ਪੈ ਜਾਂਦਾ, ਮਾਇਆ ਦੇ ਨਾਲ ਉਹਦਾ ਪਿਆਰ ਪੈ ਜਾਂਦਾ, ਪਰਮਾਤਮਾ ਨੂੰ ਭੁੱਲ ਜਾਂਦਾ ਤੇ ਹੁਕਮ ਤੋਂ ਆਕੀ ਹੋ ਜਾਂਦਾ ਤੇ ਇਹਨਾਂ ਦਾ ਸੰਗੀ ਬਣ ਜਾਂਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹਰ ਸਮੇਂ ਇਹਨਾਂ ਦਾ ਹੀ ਸੰਗੀ ਬਣਿਆ ਰਹਿੰਦਾ। ਫਿਰ ਇਹ ਆਪਣੇ ਮਾਰਗ 'ਤੇ ਲਿਜਾ ਕੇ ਧਾਰਦੇ ਤੇ ਫਿਰ ਇਹਨੂੰ ਕੁੱਟਦੇ ਮਨ। ਇਹ ਦੁਖੀ ਬਹੁਤ ਹੁੰਦਾ, ਕੁੱਟ ਬਹੁਤ ਖਾਂਦਾ ਤੇ ਜਦੋਂ ਕੁੱਟਦੇ ਇਹਦੀ ਕੋਈ ਇਸੇ ਕੂਕ ਪੁਕਾਰ ਨਹੀਂ ਸੁਣਦਾ, ਇਹਨੂੰ ਕੋਈ ਛਡਾਉਣ ਵਾਲਾ ਨਹੀਂ, ਕਿਉਂਕਿ ਜਿਹਨੇ ਛਡਾਉਣਾ ਉਹ ਤੋਂ ਬੇਮੁਖ ਹੋਇਆ ਹੋਏ। ਮਹਾਰਾਜ ਦੱਸਦੇ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਮੋਹ ਪ੍ਰੀਤ ਹੈ, ਕਾਮ ਕ੍ਰੋਧ ਹੰਕਾਰ ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਮਨ ਮੁਖ ਜਮ ਮਗ ਪਾਇਣ, ਜਿਨ੍ਹਾਂ ਦੂਜਾ ਭਾਵ ਪਿਆਰਾ। ਜਮ ਪਰ ਵਧੇ ਮਾਰੀਏ, ਉਹ ਨਾ ਸੁਣੇ ਪੁਕਾਰਾ। ਬਈ ਇਹਨਾਂ ਨੂੰ ਫਿਰ ਕੁੱਟਿਆ ਜਾਂਦਾ ਮਨਾਂ ਨੂੰ, ਕੋਈ ਕੂਕ ਪੁਕਾਰ ਨਹੀਂ ਸੁਣਨ ਨਾਲ। ਸੋ ਇਹ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਮਨ ਪ੍ਰੀਤ ਬਣ ਗਿਆ ਉਹਦੀ ਇਹ ਨਿਸ਼ਾਨੀ। ਜਦੋਂ ਮਨ ਪ੍ਰੀਤ ਬਣ ਗਿਆ ਫਿਰ ਇਹ ਦੁਖੀ ਬਹੁਤ ਜ਼ਿਆਦਾ, ਇਹ ਫਿਰ ਦੁਰਮਤ ਦੀ ਅਗਨ ਦੇ ਵਿੱਚ ਅੰਦਰੋਂ ਅੰਦਰ ਹੀ ਸੜੀ ਜਾਂਦਾ, ਦਿਨ ਰਾਤ ਹੀ ਜਲਦਾ ਹੀ ਰਹਿੰਦਾ। ਮਹਾਰਾਜ ਫਰਮਾਉਂਦੇ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ। ਬਈ ਜਦੋਂ ਇਹ ਮਨ ਪ੍ਰੀਤ ਬਣ ਗਿਆ ਫਿਰ ਇਹਨੂੰ ਦੁੱਖ ਘਨੇਰੇ, ਬਹੁਤ ਜ਼ਿਆਦਾ ਦੁੱਖ ਲੱਗਦੇ ਤੇ ਦੁਖੀ ਹੁੰਦਾ ਹੀ, ਦਿਨ ਰਾਤ ਦੁਖੀ ਹੁੰਦਾ ਰਹਿੰਦਾ, ਜਲਦਾ ਫਿਰ ਦੁਰਮਤ ਦੀ ਅਗਨ ਦੇ ਵਿੱਚ, ਬੈਰ ਵਿਰੋਧ ਦੇ ਵਿੱਚ, ਈਰਖਾ ਨਫ਼ਰਤ ਦੇ ਵਿੱਚ ਇਹ ਜਲਦਾ। ਫਿਰ ਹੁਣ ਮਹਾਰਾਜ ਕਹਿੰਦੇ ਵੀ ਹੁਣ ਦੇਖੋ ਬਈ ਸਾਡਾ ਵੀ ਮਨ ਕਿਤੇ ਪ੍ਰੀਤ ਤਾਂ ਨਹੀਂ ਬਣ ਗਿਆ, ਬਈ ਇਹਨੇ ਵੀ ਕਿਤੇ ਮਾਇਆ ਦੇ ਨਾਲ ਹੀ ਤਾਂ ਨਹੀਂ ਇਕੱਲਾ ਮੋਹ ਪਾਇਆ ਹੋਇਆ, ਇਹ ਵੀ ਕਿਸੇ ਨਾਲ ਬੈਰ ਵਿਰੋਧ ਈਰਖਾ ਨਫ਼ਰਤ ਤਾਂ ਨਹੀਂ ਕਰਦਾ, ਇਹ ਵੀ ਦੁਰਮਤ ਦੀ ਅਗਨ ਦੇ ਵਿੱਚ ਸੜਦਾ ਤਾਂ ਨਹੀਂ, ਇਹ ਵੀ ਈਰਖਾ ਨਫ਼ਰਤ ਤਾਂ ਨਹੀਂ ਕਰਦਾ। ਜਦੋਂ ਹੁਣ ਆਪਾਂ ਆਪਦੇ ਅੰਦਰ ਝਾਤੀ ਮਾਰਦੇ ਹਾਂ ਅਤੇ ਫਿਰ ਸਾਨੂੰ ਪਤਾ ਲੱਗਦਾ ਬਈ ਸਾਡਾ ਮਨ ਜਿਹੜਾ ਇਹ ਤਾਂ ਪ੍ਰੀਤ ਬਣਿਆ ਬੈਠਾ, ਅਸੀਂ ਖੁਦ ਪ੍ਰੀਤ ਬਣੀ ਬੈਠੇ। ਬਈ ਇਹ ਜੋ ਲੱਛਣ ਗੁਰਬਾਣੀ ਗੁਰੂ ਸਾਨੂੰ ਦੱਸਦੇ ਮਨ ਦੇ ਪ੍ਰੀਤ ਦੇ ਵੀ ਉਹ ਤਾਂ ਲੱਛਣ ਸਾਡੇ ਵਿੱਚ ਸਾਰੇ ਹੈਗੇ ਨੇ। ਬਈ ਜਿਹੜਾ ਮਨ ਪ੍ਰੀਤ ਬਣ ਗਿਆ ਉਹਦੀਆਂ ਨਿਸ਼ਾਨੀਆਂ ਦੱਸੀ, ਅਤੇ ਆਪਾਂ ਜਦੋਂ ਆਪਦੇ ਅੰਦਰ ਦੇਖਦੇ ਹਾਂ
ਤੇ ਉਹ ਲੱਛਣ ਸਾਡੇ ਅੰਦਰ ਹੁੰਦੇ। ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਪ੍ਰੀਤ ਬਣੇ ਹੋਏ ਹਾਂ। ਅਤੇ ਜਿਹੜਾ ਮਨ ਪ੍ਰੀਤ ਬਣ ਗਿਆ ਉਹ ਬਹੁਤਾ ਦੁਖੀ ਹੁੰਦਾ ਹੀ ਹੁੰਦਾ, ਅਤੇ ਨਾਲ ਉਹ ਫਿਰ ਅੱਗੇ ਵੀ ਦੁੱਖ ਪੈਦਾ ਕਰਦਾ ਸਾਰੇ ਪਰਿਵਾਰ ਦੇ ਵਿੱਚ, ਅੱਗੇ ਗਾਂ ਸਮਾਜ ਦੇ ਵਿੱਚ। ਉਹਨੇ ਫਿਰ ਉਹ ਅਗਨ ਜਿਹੜੀ ਗਾਂ ਦੀ ਗਾਂ ਫੈਲਾਈ ਜਾਣੀ, ਬਹੁਤਾ ਛੱਡਦਾ ਹੀ ਛੱਡਦਾ, ਨਾਲ ਹੋਰਾਂ ਨੂੰ ਵੀ ਛੱਡਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜੇ ਮਨ ਪ੍ਰੀਤ ਬਣ ਵੀ ਗਿਆ ਹੈ, ਜੇ ਮਨ ਪਸ਼ੂ ਬਣ ਵੀ ਗਿਆ ਹੈ, ਕਿਉਂਕਿ ਇਹ ਸਭ ਮਨ ਨੂੰ ਹੀ ਫਿਰ ਕਹਿੰਦੇ, ਜਦੋਂ ਇਹ ਪ੍ਰੀਤ ਬਣ ਜਾਂਦੇ ਇਹਨੂੰ ਕਹਿੰਦੇ ਵੀ ਇਹ ਪ੍ਰੀਤ ਹੈ, ਇਹ ਪਸ਼ੂ ਹੈ, ਵੀ ਇਹ ਪਸ਼ੂਆਂ ਤੋਂ ਵੀ ਭੈੜਾ ਜਦੋਂ ਇਹ ਲੜਾਈਆਂ ਝਗੜੇ ਕਰਦਾ, ਵੀ ਜਿਵੇਂ ਪਸ਼ੂ ਪੰਛੀ ਲੜਦੇ ਵੀ ਉਦੋਂ ਵੀ ਭੈੜਾ ਹੋ ਗਿਆ। ਫਿਰ ਇਹਨੂੰ ਹੀ ਕਹਿੰਦੇ ਵੀ ਇਹ ਪੱਥਰ ਹੈ, ਵੀ ਮਨਮੁਖ ਪੱਥਰ ਦੇ ਨਿਆਈ ਹੋ ਗਈ, ਇਹ ਮਨ ਪੱਥਰ ਬਣ ਗਏ। ਫਿਰ ਕਹਿੰਦੇ ਵੀ ਜੇ ਮਨ ਪ੍ਰੀਤ ਵੀ ਬਣ ਗਿਆ, ਜੇ ਪਸ਼ੂ ਵੀ ਬਣ ਗਿਆ, ਜੇ ਇਹ ਪੱਥਰ ਵੀ ਬਣ ਗਿਆ, ਇਹ ਤਾਂ ਵੀ ਤਰ ਸਕਦਾ। ਨਾਮ ਜੋ ਹੈ ਉਹ ਪਸ਼ੂ ਨੂੰ, ਪ੍ਰੀਤ ਨੂੰ, ਉਹ ਪੱਥਰ ਨੂੰ ਵੀ ਤਾਰ ਦਿੰਦਾ। ਮਹਾਰਾਜ ਕਹਿੰਦੇ ਪਸ਼ੂ ਪ੍ਰੀਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਬਈ ਮਨ ਜਿਹੜਾ ਪਸ਼ੂ ਪ੍ਰੀਤ ਮੂਰਖ ਬਣ ਗਿਆ, ਇਹਦਾ ਵੀ ਪਾਰ ਉਤਾਰਾ ਹੋ ਸਕਦਾ ਜੇ ਸਤ ਸੰਗਤ ਦੇ ਵਿੱਚ ਆਵੇ, ਜੇ ਗੁਰਬਾਣੀ ਗੁਰੂ ਦਾ ਆਖਿਆ ਮੰਨ ਲਵੇ। ਫਿਰ ਇਹ ਮਨ ਹੈ ਜਿਹੜਾ, ਇਹ ਮਨ ਦਾ ਇਲਾਜ ਹੋ ਸਕਦਾ। ਹੁਣ ਇਸ ਵਾਸਤੇ ਜਦੋਂ ਫਿਰ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ, ਸਤਿਗੁਰਾਂ ਪਾਸ ਆਉਂਦੇ ਹਾਂ, ਸਤਿਗੁਰੂ ਫਿਰ ਪਹਿਲਾਂ ਆਪਾਂ ਨੂੰ ਇਹ ਸਾਡੇ ਰੋਗਾਂ ਤੋਂ ਜਾਣੂ ਕਰਾਉਂਦੇ। ਜਿਵੇਂ ਮਹਾਰਾਜ ਕਹਿੰਦੇ ਵੀ ਅਸਲ ਵੈਦ ਸੁਝਾਨ ਸਿਆਣਾ ਉਹ ਹੈ ਜਿਹੜਾ ਰੋਗ ਅਤੇ ਰੋਗ ਦਾ ਜਿਹੜਾ ਦਾਰੂ ਉਹ ਦੋਵਾਂ ਨੂੰ ਜਾਣਦਾ, ਦੋਵਾਂ ਨੂੰ ਬੁੱਝਦਾ। ਜਿਹੜਾ ਆਪਣੇ ਆਪੇ ਦੀ ਪਰਖ ਕਰਦਾ ਅੰਦਰ ਦੀ ਮਨ ਦੀ। ਮਹਾਰਾਜ ਕਹਿੰਦੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਬਈ ਜਿਹੜਾ ਆਪਣੇ ਆਪੇ ਦੀ ਪਰਖ ਕਰਦਾ ਅਤੇ ਰੋਗ ਅਤੇ ਦਾਰੂ ਦੋਵੇਂ ਬੁੱਝਦਾ। ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸੁਝਾਣ। ਵੀ ਉਹ ਸਿਆਣਾ ਵੈਦ, ਜਿਹਨੂੰ ਰੋਗ ਦਾ ਵੀ ਪਤਾ ਹੈ ਵੀ ਆਹ ਰੋਗ ਹੈ, ਅਤੇ ਜਿਹਨੂੰ ਦਾਰੂ ਦਾ ਵੀ ਪਤਾ ਹੈ ਵੀ ਇਹਨਾਂ ਰੋਗਾਂ ਦਾ ਆਹ ਦਾਰੂ ਹੈ। ਹੁਣ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰੂ ਸਾਡੇ ਵੈਦ ਨੇ। ਮਹਾਰਾਜ ਕਹਿੰਦੇ ਸਤਿਗੁਰ ਪੂਰਾ ਵੈਦ ਹੈ, ਪੰਚੇ ਰੋਗ ਅਸਾਧ ਨਿਵਾਰੇ। ਬਈ ਸਤਿਗੁਰੂ ਪੂਰਾ ਵੈਦ, ਜਿਹੜੇ ਸਾਨੂੰ ਰੋਗ ਲੱਗੇ ਮਨ ਨੂੰ, ਜਿਹੜਾ ਸਾਡਾ ਮਨ ਹੀ ਪ੍ਰੀਤ ਬਣ ਗਿਆ, ਇਹਦਾ ਇਲਾਜ ਕਰ ਦਿੰਦੇ, ਇਹਦੇ ਰੋਗ ਠੀਕ ਕਰ ਦਿੰਦੇ। ਔਰ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਫਿਰ ਆਪਾਂ ਨੂੰ ਪਤਾ ਲੱਗਦਾ। ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਰੋਗ ਕਿਹੜੇ ਲੱਗੇ ਨੇ। ਪਹਿਲਾਂ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਪ੍ਰੀਤ ਬਣੇ ਹੋਏ ਹਾਂ ਖੁਦ। ਉਹ ਅਸੀਂ ਦੂਸਰਿਆਂ ਨਾਲ ਹੀ ਲੜਾਈਆਂ ਝਗੜੇ ਕਰੀ ਜਾਂਦੇ, ਹੋਰਾਂ ਨਾਲ ਹੀ ਵੈਰ ਵਿਰੋਧ ਕਰੀ ਜਾਂਦੇ, ਉਹਨਾਂ ਨੂੰ ਹੀ ਦੋਸ਼ ਦਿੱਤੀ ਜਾਂਦੇ। ਬਈ ਅਸੀਂ ਦੋਸ਼ ਆਪਦਾ ਨਹੀਂ ਮੰਨਦੇ ਵੀ ਅਸੀਂ ਪ੍ਰੀਤ ਬਣੇ ਹਾਂ, ਹੋਰਾਂ ਨੂੰ ਦੋਸ਼ ਦਿੰਦੇ ਹਾਂ, ਦੂਸਰਿਆਂ ਨੂੰ ਵੀ ਦੂਸਰੇ ਦਾ ਕਸੂਰ ਹੈ। ਜੇ ਅਸੀਂ ਦੁਖੀ ਹਾਂ ਅਤੇ ਉਹਦੇ ਵਿੱਚ ਦੋਸ਼ ਕਿਸੇ ਹੋਰ ਦਾ ਹੈ, ਅਸੀਂ ਖੁਦ ਦਾ ਨਹੀਂ ਮੰਨਦੇ, ਆਪਣਾ ਨਹੀਂ ਮੰਨਦੇ। ਬਈ ਸਾਡਾ ਜਿਹੜਾ ਮਨ ਹੈ ਇਹੋ ਪ੍ਰੀਤ ਬਣਿਆ ਬੈਠਾ, ਇਹੋ ਮੂਰਖ ਹੋ ਗਏ, ਇਹੋ ਮੁਗਧ ਹੋ ਗਏ। ਔਰ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ
ਫਿਰ ਸਤਿਗੁਰੂ ਆਪਾਂ ਨੂੰ ਇਹ ਸਾਰਾ ਭੇਦ ਦਿੰਦੇ, ਸਮਝਾਉਂਦੇ, ਅਤੇ ਫਿਰ ਸਾਨੂੰ ਪਤਾ ਲੱਗਦਾ ਬਈ ਦੋਸ਼ ਹੈ ਜਿਹੜਾ ਕਿਸੇ ਹੋਰ ਦਾ ਨਹੀਂ, ਬਈ ਦੋਸ਼ ਸਾਡਾ ਖੁਦ ਦਾ ਹੈ, ਸਾਡੇ ਮਨ ਦਾ ਹੈ। ਬਈ ਅਸੀਂ ਗੁਰੂ ਦੀ ਮੱਤ ਨਹੀਂ ਲਈ, ਅਸੀਂ ਸਤ ਸੰਗਤ ਨਹੀਂ ਕੀਤੀ, ਅਸੀਂ ਮਾਲਕ ਤੋਂ ਖੁਦ ਬੇਮੁਖ ਹੋਏ, ਅਸੀਂ ਖੁਦ ਹੁਕਮ ਤੋਂ ਵਾਕੀ ਹੋਏ। ਤਾਈਓ ਸਾਡੇ ਮਨ ਨੂੰ ਇਹ ਫਿਰ ਰੋਗ ਲੱਗੇ ਨੇ, ਤਾਈਓ ਇਹ ਦੁਖੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦ ਤੱਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕਿ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਗਏ ਅਤੇ ਸਾਡੇ ਮਨ ਨੂੰ ਇਹ ਰੋਗ ਲੱਗ ਗਈ, ਅਤੇ ਜਦੋਂ ਰੋਗ ਲੱਗੇ ਅਤੇ ਹੁਣ ਰੋਗੀ ਨੂੰ ਚੈਨ ਨਹੀਂ ਆਉਂਦੀ, ਰੋਗੀ ਨੂੰ ਸ਼ਾਂਤੀ ਨਹੀਂ ਆਉਂਦੀ, ਨਾ ਦਿਨੇ ਸ਼ਾਂਤੀ ਆਵੇ ਅਤੇ ਨਾ ਰਾਤ ਨੂੰ ਸ਼ਾਂਤੀ ਆਵੇ, ਕਿਉਂਕਿ ਉਹ ਰੋਗੀ ਹੋ ਚੁੱਕੇ। ਜਿਵੇਂ ਆਪਾਂ ਸਰੀਰ ਕਰਕੇ ਦੇਖਦੇ ਹਾਂ ਵੀ ਕਿਸੇ ਨੂੰ ਰੋਗ ਚੱਲ ਜਾਵੇ, ਮਹਾਰਾਜ ਦੱਸਦੇ ਵੀ ਪਹਿਲਾਂ ਸਾਡਾ ਮਨ ਰੋਗੀ ਹੁੰਦਾ, ਫਿਰ ਤਨ ਦੇ ਵਿੱਚ ਰੋਗ ਪ੍ਰਵੇਸ਼ ਹੋ ਜਾਂਦਾ, ਸਰੀਰ ਦੇ ਵਿੱਚ। ਪਹਿਲਾਂ ਅਸੀਂ ਮਾਨਸਿਕ ਤੌਰ 'ਤੇ ਰੋਗੀ ਹੁੰਦੇ, ਫਿਰ ਉਦੋਂ ਬਾਅਦ 'ਚੋਂ ਤਨ ਦੇ ਵਿੱਚ ਰੋਗ ਪ੍ਰਵੇਸ਼ ਹੋ ਜਾਂਦਾ। ਜਿਵੇਂ ਹੁਣ ਅਸੀਂ ਚਿੰਤਾ ਕਰੀ ਚੱਲੀਏ, ਸੋਚੀ ਚੱਲੀਏ, ਫਿਕਰ ਕਰੀ ਚੱਲੀਏ, ਉਹ ਚਿੰਤਾ ਫਿਕਰ ਕਰ ਕਰਕੇ ਅਸੀਂ ਇਹ ਸਰੀਰ ਨੂੰ ਰੋਗ ਲਾ ਲੈਣਾ, ਕੋਈ ਨਾ ਕੋਈ ਸਾਡੇ ਸਰੀਰ ਨੂੰ ਰੋਗ ਲੱਗ ਜੇ। ਉਹ ਕੀ ਹੋਇਆ, ਪਹਿਲਾਂ ਮਨ ਰੋਗੀ ਸੀ, ਫਿਰ ਤਨ ਦੇ ਵਿੱਚ ਰੋਗ ਆ ਗਏ, ਸਰੀਰ ਦੇ ਵਿੱਚ। ਹੁਣ ਇਸ ਚੀਜ਼ ਨੂੰ ਇਹ ਜੋ ਵਿਗਿਆਨ ਹੁਣ ਲੈ ਕੇ ਚੱਲੇ, ਜਿਹੜੇ ਡਾਕਟਰ ਨੇ ਵੱਡੇ, ਉਹ ਇਹ ਚੀਜ਼ ਨੂੰ ਹੁਣ ਲੈ ਕੇ ਚੱਲਦੇ ਵੀ ਪਹਿਲਾਂ ਮਨ ਰੋਗੀ ਹੁੰਦਾ, ਫਿਰ ਸਰੀਰ ਦੇ ਵਿੱਚ ਰੋਗ ਆਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਾਂ ਨੂੰ 550 ਸਾਲ ਪਹਿਲਾਂ ਦੱਸਿਆ ਬਈ ਪਹਿਲਾਂ ਮਨ ਰੋਗੀ ਹੁੰਦਾ, ਫਿਰ ਤਨ ਦੇ ਵਿੱਚ ਰੋਗ ਆਉਂਦਾ। ਹੁਣ ਇਹ ਤਾਂ ਸਿਰਫ ਹਜੇ ਇਹਨਾਂ ਨੇ ਮੰਨਣਾ ਹੀ ਸ਼ੁਰੂ ਕੀਤਾ ਵੀ ਪਹਿਲਾਂ ਮਨ ਰੋਗੀ ਹੁੰਦਾ, ਹਾਲਾਂਕਿ ਮਨ ਦਾ ਇਹਨਾਂ ਨੂੰ ਕੋਈ ਗਿਆਨ ਨਹੀਂ ਹੈ, ਇਹਨਾਂ ਨੂੰ ਨਹੀਂ ਪਤਾ ਵੀ ਮਨ ਕੀ ਹੈ, ਵੀ ਮਨ ਕਿਸ ਨੂੰ ਕਹਿੰਦੇ ਨੇ, ਕਿਉਂਕਿ ਉਹਦਾ ਜੀਵ ਕਈ ਕਹਿੰਦੇ ਵੀ ਦਿਮਾਗੀ ਮਨ ਹੈ, ਕੋਈ ਕਹਿੰਦਾ ਵਿਚਾਰਾਂ ਦੀ ਗੰਢ ਹੈ ਮਨ। ਜਾਣੀ ਦੀ ਆਪੋ ਆਪਣੀ ਮੱਤ ਦੁਆਰਾ ਜੀਵ ਕਹਿੰਦੇ ਵੀ ਮਨ ਜਿਹੜਾ ਉਹ ਦਿਮਾਗੀ, ਹਾਲਾਂਕਿ ਮਨ ਹੈ ਜਿਹੜਾ ਉਹ ਇਸ ਸਰੀਰ ਤੋਂ ਵੱਖਰਾ, ਦਿਮਾਗ ਤਾਂ ਇਸ ਸਰੀਰ ਦਾ ਹਿੱਸਾ ਹੈ, ਮਨ ਤਾਂ ਇਸ ਸਰੀਰ ਤੋਂ ਵੱਖਰਾ ਹੈ। ਇਸ ਵਾਸਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜਿੱਥੇ ਮਨ ਦੇ ਰੋਗ ਦੱਸੇ ਅਤੇ ਉੱਥੇ ਮਨ ਦੇ ਰੋਗਾਂ ਦਾ ਦਾਰੂ ਵੀ ਦੱਸੀ, ਸਾਨੂੰ ਨਾਲ ਨਾਲ ਇਹਦਾ ਇਲਾਜ ਵੀ ਦੱਸਿਆ ਵੀ ਇਹਦਾ ਇਲਾਜ ਕੀ ਹੋ ਸਕਦਾ, ਕਿਵੇਂ ਇਹਦਾ ਇਲਾਜ ਹੋਣਾ। ਹੁਣ ਮਹਾਰਾਜ ਕਹਿੰਦੇ ਵੀ ਰੋਗ ਇਹਨੂੰ ਲੱਗਦੇ ਕਾਹਤੋਂ, ਕਿਉਂਕਿ ਇੱਥੇ ਆ ਕੇ ਆਪਣੇ ਪਤੀ ਨੂੰ, ਖਸਮ ਨੂੰ ਵਿਸਾਰ ਦਿੰਦੀ ਸਾਡੀ ਸੁਰਤੀ। ਮਹਾਰਾਜ ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਬਈ ਇਹਦੇ ਵਿੱਚ ਵੈਦ ਸੰਸਾਰ ਦੇ ਡਾਕਟਰ ਕੋਈ ਦਾਰੂ ਨਹੀਂ ਲਾ ਸਕਦੇ, ਸਾਡੇ ਮਨ ਵਾਸਤੇ ਇਹਨਾਂ ਪਾਸ ਕੋਈ ਦਾਰੂ ਨਹੀਂ ਹੈ, ਕੋਈ ਦਵਾਈ ਨਹੀਂ ਹੈ ਵੀ ਜਿਹੜੀ ਇਹ ਦੇ ਸਕਣ ਸਾਨੂੰ, ਜਿਹਦੇ ਨਾਲ ਸਾਡਾ ਮਨ ਪ੍ਰੇਤ ਬਣਿਆ ਹੋਇਆ ਪਰਮਹੰਸ ਬਣ ਜੇ। ਐਸੀ ਕੋਈ ਦਵਾਈ ਨਹੀਂ ਬਣੀ ਸੰਸਾਰ 'ਚ। ਹੁਣ ਮਹਾਰਾਜ ਕਹਿੰਦੇ ਵੀ ਇਹਨੂੰ ਰੋਗ ਲੱਗਦੇ ਕਿਉਂਕਿ ਮਾਲਕ ਨੂੰ ਭੁੱਲਦਾ, ਇੱਥੇ ਆ ਕੇ ਹੁਕਮ ਤੋਂ ਆਕੀ ਹੋ ਜਾਂਦਾ, ਤਾਂ ਇਹ ਰੋਗੀ ਹੁੰਦਾ। ਪਹਿਲਾਂ ਮਨ ਰੋਗੀ ਹੁੰਦਾ, ਫਿਰ ਤਨ 'ਚ ਰੋਗ ਆ ਜਾਂਦਾ ਸਰੀਰ ਦੇ ਵਿੱਚ। ਹੁਣ ਸਤਿਗੁਰੂ ਕਹਿੰਦੇ ਬਈ ਇਹ ਜਦੋਂ ਹੁਕਮ ਤੋਂ ਆਕੀ ਹੋ ਜਾਂਦਾ, ਨਾਮ ਤੋਂ ਪਹਿਲਾਂ ਮਨ ਕਮਲਾ ਹੁੰਦਾ, ਕਿਉਂਕਿ ਨਾਮ ਤੋਂ ਬਿਨਾਂ ਮਹਾਰਾਜ ਦੱਸਦੇ ਵੀ ਇਹ ਕਮਲਾ ਹੋ ਗਿਆ। ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ।
ਫਿਰ ਕਮਲੇ ਤੋਂ ਦੂਸਰੀ ਅਗਲੀ ਸਟੇਜ ਕੋਹੜੀ ਦੀ, ਵੀ ਇਹ ਕੋਹੜੀ ਹੋ ਜਾਂਦਾ। ਜਿਵੇਂ ਆਪਾਂ ਦੇਖਦੇ ਕਈ ਜੀਵ ਦਿਮਾਗੀ ਤੌਰ 'ਤੇ ਕਮਲੇ ਹੋ ਜਾਂਦੇ। ਕਮਲਾ ਨਾ ਤਾਂ ਨਹਾਉਂਦਾ ਧੋਂਦਾ, ਨਾ ਚੰਗਾ ਪਹਿਨਦਾ, ਨਾ ਚੰਗਾ ਖਾਂਦਾ, ਨਾ ਉਹਨੂੰ ਆਪਦੇ ਘਰ-ਬਾਰ ਦਾ ਪਤਾ। ਜਿੱਥੇ ਜੀ ਕੀਤਾ ਉੱਥੇ ਹੀ ਸੌਂ ਗਿਆ, ਮਿੱਟੀ ਦੇ ਵਿੱਚ ਪੈ ਗਿਆ, ਕਦੇ ਰੂੜੀ 'ਤੇ ਪੈ ਗਿਆ, ਕਿਤੇ ਫੁੱਟਪਾਥ 'ਤੇ ਜਾ ਕੇ ਪੈ ਗਿਆ। ਜਾਣੀ ਦੀ ਜਿਹੜਾ ਮਨ ਕਮਲਾ ਹੋਇਆ, ਇਹ ਕਮਲੇ ਦੀ ਵੀ ਇਹ ਅਵਸਥਾ ਹੈ। ਕਮਲਾ ਮਨ ਘਰੇ ਨਹੀਂ ਜਾਂਦਾ, ਵਿਚਾਰਾਂ ਦੇ ਵਿੱਚ, ਦੌਦਾ ਦੇ ਵਿੱਚ, ਭਰਮ ਦੇ ਵਿੱਚ ਭੱਜੇ ਹੀ ਫਿਰਦਾ। ਨਾ ਕਮਲਾ ਨਹਾਵੇ, ਨਾ ਕਮਲਾ ਸਿਮਰਨ ਕਰੇ, ਨਾ ਕਮਲਾ ਸਤ ਸੰਗਤ ਦੇ ਵਿੱਚ ਆਵੇ, ਅਤੇ ਨਾ ਹੀ ਕਮਲੇ ਨੂੰ ਆਪਦੀ ਜਿਹੜੀ ਖੁਰਾਕ, ਨਾ ਉਹ ਅੰਮ੍ਰਿਤ ਰਸ ਪੀਵੇ। ਇਸ ਕਰਕੇ ਫਿਰ ਜਦੋਂ ਮਨ ਕਮਲਾ ਹੋ ਗਿਆ, ਵੀ ਨਾ ਇਹ ਖਾਂਦਾ ਅੰਮ੍ਰਿਤ ਭੋਜਨ, ਨਾ ਇਹ ਪਹਿਨਦਾ ਸਿਪਸਲਾ ਦਾ ਕੱਪੜਾ, ਅਤੇ ਨਾ ਇਹ ਘਰ ਜਾਂਦਾ, ਫਿਰ ਇਹਦੀ ਅਗਲੀ ਸਟੇਜ ਕੋਹੜੀ ਹੋ ਜਾਂਦੀ। ਇਹਨੂੰ ਕੁਸ਼ਟ ਰੋਗ ਚੱਲ ਜਾਂਦਾ, ਕੋਹੜ ਚੱਲ ਜਾਂਦਾ। ਮਾਰੇ ਕਹਿੰਦੇ ਬੈਨ ਨਾਮੇ ਮਨ ਤਨ ਹੈ ਕੁਸ਼ਟੀ, ਵਿੱਚ ਨਰਕੇ ਵਾਸਾ ਪਾਈਂਦਾ। ਕੁਸ਼ਟ ਕਹਿੰਦੇ ਕੋਹੜ ਨੂੰ, ਬਈ ਇਹ ਕੋਹੜੀ ਹੋ ਗਿਆ। ਜਿਵੇਂ ਹੁਣ ਕਿਸੇ ਨੂੰ ਸਰੀਰ ਦੇ ਵਿੱਚ ਕੋਹੜ ਚੱਲ ਜੇ, ਹੁਣ ਜਿਹੜਾ ਕੋਹੜੀ ਜੀਵ, ਪਹਿਲਾਂ ਤਾਂ ਕੋਹੜੀ ਕੋਲ ਛੇਤੀ ਕੋਈ ਜਾਂਦਾ ਨਹੀਂ ਅਗਲਾ, ਕਿਉਂਕਿ ਉਹਦੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ। ਉਹ ਅਗਲਾ ਮੂੰਹ ਢੱਕ ਕੇ ਜਾਊ, ਉੱਥੇ ਉਹਦੇ ਕੋਲ ਖੜ੍ਹਨ ਨੂੰ ਚਿੱਤ ਨਹੀਂ ਕਰਦਾ ਕੋਹੜੀ ਕੋਲ। ਫਿਰ ਮਾਰੇ ਕਹਿੰਦੇ ਹੁਣ ਕੋਹੜੀ ਨੂੰ ਜੇ ਆਖੀਏ ਵੀ ਸ਼ਾਂਤੀ ਆ, ਜੇ ਉਹਨੂੰ ਸ਼ਾਂਤੀ ਕਿਵੇਂ ਆਵੇ? ਚੱਲਿਆ ਹੋਇਆ ਕੋਹੜ, ਅਤੇ ਉਹਨੇ ਤਾਂ ਹਾਈ ਹਾਈ ਕੀਤੀ ਜਾਣਾ। ਸੋ ਇਹੋ ਹਾਲਤ ਹੁਣ ਇਹ ਮਨ ਦੀ, ਕਮਲਾ ਹੋ ਗਿਆ ਅਤੇ ਇਹ ਕੋਹੜੀ ਹੋ ਗਿਆ। ਕੋਹੜੀ ਹੋਇਆ ਹੋਇਆ ਦਿਨ ਰਾਤ ਹਾਏ ਹਾਏ ਕਰਦਾ। ਮਨਮੁਖ ਦੀ ਹਾਲਤ ਦੇਖੋ, ਦਿਨ ਰਾਤ ਕਿਵੇਂ ਤੜਫਦਾ ਹੈ, ਦਿਨ ਰਾਤ ਕਿਵੇਂ ਦੁਰਮਤ ਦੀ ਅਗਨ ਦੇ ਵਿੱਚ ਉਹ ਜਲਦਾ ਵੀ ਹੈ। ਹਰ ਸਮੇਂ ਫਿਕਰਾਂ ਚਿੰਤਾਵਾਂ ਦੇ ਵਿੱਚ, ਹਰ ਸਮੇਂ ਵੈਰ ਵਿਰੋਧ ਦੇ ਵਿੱਚ, ਛੋਟੀ ਛੋਟੀ ਗੱਲ 'ਤੇ ਗੁੱਸਾ ਹੁੰਦਾ, ਕ੍ਰੋਧ ਚੜ੍ਹਦਾ, ਲੜਾਈ ਝਗੜੇ ਕਰੀ ਜਾਂਦੇ। ਸੋ ਕਮਲਾ ਦਾ ਇੱਕ ਹੋਵੇ ਪਰਿਵਾਰ ਦੇ ਵਿੱਚ, ਅਤੇ ਉਹ ਸਾਰੇ ਪਰਿਵਾਰ ਦਾ ਸੰਤੁਲਨ ਵਿਗਾੜ ਦਿੰਦਾ। ਅਤੇ ਜਿੱਥੇ ਸਾਰੇ ਕਮਲੇ ਇਕੱਠੇ ਹੋ ਜਾਣ, ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਸਾਰੇ ਮਨ ਕਮਲੇ, ਬਿਨ ਨਾਮੇ ਜਗ ਕਮਲਾ ਫਿਰੇ, ਵੀ ਜਾਗੀ ਕਮਲਾ ਫਿਰਦਾ ਜਿਹੜੇ ਨਾਮ ਨੂੰ ਭੁੱਲੇ ਹੋਏ ਨੇ। ਜਿੱਥੇ ਸਾਰੇ ਕਮਲੇ ਇਕੱਠੇ ਹੋ ਜਾਣ, ਅਤੇ ਉੱਥੇ ਸ਼ਾਂਤੀ ਕਿੱਥੋਂ ਰਹੇਗੀ? ਕਮਲਿਆਂ ਨੇ ਤਾਂ ਆਪਸ ਵਿੱਚ ਹੀ ਲੜੀ ਜਾਣ। ਕਮਲਿਆਂ ਨੂੰ ਇਹ ਨਹੀਂ ਪਤਾ ਵੀ ਬੋਲਣਾ ਕੀ ਹੈ, ਕਿਹੜੇ ਕਮਲੇ ਨੇ ਕੀ ਬੋਲ ਦੇਣਾ ਇਹ ਨਹੀਂ ਪਤਾ। ਉਹ ਸਾਰਾ ਪਰਿਵਾਰ ਹੀ ਲੜਨ ਬਹਿ ਜਾਂਦਾ। ਤਾਂ ਕਰਕੇ ਫਿਰ ਮਹਾਰਾਜ ਜੀ ਕਹਿੰਦੇ ਵੀ ਇਹ ਮਨ ਸੀ ਜਿਹੜੇ, ਇਹ ਪ੍ਰੇਤ ਬਣ ਗਏ। ਪ੍ਰੇਤ ਬਣਿਆ ਹੋਇਆ ਮਨ, ਕਮਲਾ ਹੋਇਆ ਹੋਇਆ ਪਸ਼ੂ ਬਣਿਆ ਹੋਇਆ, ਪੱਥਰ ਮੂਰਖ ਬਣਿਆ ਹੋਇਆ। ਹੁਣ ਇਹ ਫਿਰ ਇਹਦੀ ਹਾਲਤ ਹੋ ਗਈ ਵੀ ਇਹ ਦਿਨ ਰਾਤ ਫਿਰ ਜਲਦਾ, ਦਿਨ ਰਾਤ ਦੁਖੀ ਹੁੰਦਾ ਸੋਚਾਂ ਦੇ ਵਿੱਚ। ਹਰ ਸਮੇਂ ਇਹਦੀ ਸੋਚ ਜਿਹੜੀ ਉਹ ਚੱਲਦੀ ਰਹਿੰਦੀ, ਵਿਚਾਰ ਰੁਕਦੇ ਹੀ ਨਹੀਂ, ਭਰਮ ਦੇ ਵਿੱਚ ਪਿਆ ਹੋਇਆ। ਫਿਰ ਮਹਾਰਾਜ ਜੀ ਸਮਝਾਉਂਦੇ ਵੀ ਇਹੋ ਦੁੱਖ, ਵਿਚਾਰ ਹੀ ਦੁੱਖ ਨੇ, ਭਰਮ ਦੇ ਵਿੱਚ ਅਸੀਂ ਦੁਖੀ। ਜੇ ਹੁਣ ਅਸੀਂ ਸੱਚ ਦੇ ਨਾਮ ਦੇ ਨਾਲ ਜੁੜ ਜਾਈਏ, ਫਿਰ ਸਾਨੂੰ ਕੋਈ ਦੁੱਖ ਨਹੀਂ। ਸਾਡਾ ਭਰਮ ਹੈ ਜਿਹੜਾ ਭਰਮ ਖਤਮ ਹੋ ਜਾਂਦਾ। ਇਹੋ ਭਰਮ ਦੇ ਵਿੱਚ ਅਸੀਂ ਦੁਖੀ ਹੋ ਰਹੇ, ਦਿਨ ਰਾਤ ਦੁਖੀ ਹੋ ਰਹੇ ਹਾਂ। ਅਤੇ ਇਹੋ ਭਰਮ ਸਾਡਾ ਫਿਰ ਸਤਿਗੁਰੂ ਖਤਮ ਕਰਦੇ,
ਗਿਆਨ ਦੁਆਰਾ ਹੀ ਸਾਡਾ ਭਰਮ ਖਤਮ। ਮਾਰੇ ਕਹਿੰਦੇ ਭਰਮ ਕੇ ਪੜਦੇ ਸਤਿਗੁਰ ਖੋਲੇ। ਬਈ ਜਿਹੜੇ ਸਾਡੇ ਉੱਤੇ ਭਰਮ ਪਿਆ ਹੋਏ, ਭਰਮ ਦਾ ਪੜਦਾ ਪਿਆ, ਤਾਂਹੀਓ ਅਸੀਂ ਦੁਖੀ ਹਾਂ, ਭਰਮ ਦੇ ਵਿੱਚ ਅਸੀਂ ਦੁਖੀ ਹੋ ਰਹੇ। ਜਿਵੇਂ ਮਨਮੁਖ ਕਿਵੇਂ ਦੁਖੀ ਹੁੰਦਾ ਵੀ ਉਹ ਸਮਝਦਾ ਵੀ ਇਹ ਮੇਰੀ ਨਹੀਂ, ਮੇਰਾ ਪਰਿਵਾਰ ਹੈ, ਇਹ ਮੇਰੇ ਧੀਆਂ ਪੁੱਤਰ ਨੇ, ਇਹ ਮੇਰਾ ਘਰ ਬਾਰ ਹੈ। ਅਤੇ ਮਾਰੇ ਕਹਿੰਦੇ ਤੇਰੇ ਨਹੀਂ, ਤੁਹਾਡਾ ਸੰਜੋਗ ਹੈ, ਤੁਸੀਂ ਸੰਜੋਗੀ ਇਕੱਠੇ ਹੋਏ ਪਿਛਲੇ ਜਨਮਾਂ ਦੇ। ਜੇ ਤੁਸੀਂ ਆਖੋਗੇ ਮੇਰੇ ਹੈ ਤਾਂ ਤੁਸੀਂ ਦੁੱਖ ਪੈਦਾ ਕਰ ਲਓ, ਤੁਸੀਂ ਦੁਖੀ ਹੋਵੋਗੇ। ਮਾਰੇ ਕਹਿੰਦੇ ਧੀਆਂ ਪੂਤ ਸੰਜੋਗ ਮਨਮੁਖ ਜਾਣੇ ਆਪਣੇ। ਮਨਮੁਖ ਕਹਿੰਦਾ ਮੇਰੇ ਨਹੀਂ, ਅਤੇ ਮਾਰੇ ਕਹਿੰਦੇ ਇਹ ਸੰਜੋਗ ਹੈ। ਸੰਜੋਗ ਵੀ ਦਿਨੇ ਸੰਜੋਗ ਹੈ ਅਤੇ ਰਾਤ ਨੂੰ ਵਿਯੋਗ ਹੈ। ਜੇ ਸਾਡਾ ਸੰਜੋਗ ਸਦੀਵੀ ਹੋਵੇ ਅਤੇ ਫਿਰ ਤਾਂ ਅਸੀਂ ਰਾਤ ਨੂੰ ਨਾ ਵਿਛੜੀਏ, ਫਿਰ ਤਾਂ ਅਸੀਂ ਉੱਥੇ ਜਾ ਕੇ ਵੀ ਮਿਲੀਏ। ਜੇ ਅਸੀਂ ਜਾਗੀਏ ਤਾਂ ਫਿਰ ਤਾਂ ਸਾਨੂੰ ਪਤਾ ਹੋਵੇ। ਹੁਣ ਜਦੋਂ ਵਿਯੋਗ ਹੋ ਜਾਂਦਾ ਅਤੇ ਸਾਨੂੰ ਕੋਈ ਪਤਾ ਨਹੀਂ ਵੀ ਸਾਡਾ ਕੌਣ ਪੁੱਤਰ ਹੈ, ਕੌਣ ਸਾਡੀ ਧੀ ਹੈ, ਕਿੰਨੇ ਅਸੀਂ ਭੈਣ ਭਰਾਵਾਂ, ਸਾਡੀ ਕੌਣ ਮਾਂ ਹੈ, ਕੌਣ ਸਾਡਾ ਪਿਓ ਹੈ, ਉਹ ਸਭ ਭੁੱਲ ਜਾਂਦਾ ਸੀ, ਕੁਛ ਯਾਦ ਨਹੀਂ। ਜਦੋਂ ਸਵੇਰੇ ਉਹਨੇ ਆ ਕੇ ਫਿਰ ਉਹੀਓ ਇਕੱਠਾ ਕਰਨ ਲੱਗ ਜਾਣਾ, ਮੇਰੇ ਨੇ ਜੀ, ਮੇਰੇ ਨੇ। ਉਹ ਫਿਰ ਆਉਣ ਸਾਰੀ ਫਿਰ ਵੱਜ ਗਏ ਅਸੀਂ। ਅਤੇ ਮਹਾਰਾਜ ਕਹਿੰਦੇ ਵੀ ਇਹ ਸੰਜੋਗ ਹੈ, ਤੁਸੀਂ ਇਹ ਗੱਲ ਨੂੰ ਸਮਝੋ ਚੰਗੀ ਤਰ੍ਹਾਂ, ਇਹ ਖੇਲ ਨੂੰ ਵੀ ਕਿਵੇਂ ਚੱਲਦਾ। ਦਿਨੇ ਸੰਜੋਗ ਹੈ ਅਤੇ ਜਦੋਂ ਹੁਣ ਰਾਤ ਆਉਂਦੀ, ਰਾਤ ਨੂੰ ਵਿਯੋਗ, ਸਾਡਾ ਵਿਛੋੜਾ ਹੈ। ਅਤੇ ਜੇ ਹੁਣ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਈਏ, ਜੇ ਸਾਡਾ ਮਨ ਜਾਗ ਪਵੇ, ਜਿਹੜਾ ਇਹਦੇ ਅੰਦਰ ਵੱਸਦਾ, ਜੇ ਉਹਦੀ ਪਹਿਚਾਣ ਆ ਜੇ, ਅਤੇ ਫਿਰ ਅਸੀਂ ਦੂਜਿਆਂ ਦੀ ਵੀ ਪਹਿਚਾਣ ਕਰ ਲਈਏ ਵੀ ਜਿਹੜੇ ਸਾਡੇ ਮਾਂ ਪਿਓ ਨੇ ਉਹ ਕੌਣ ਨੇ, ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਧੀਆਂ ਪੁੱਤਰ ਸਾਡੇ, ਇਹ ਕੌਣ ਨੇ। ਫਿਰ ਜਿਹੜਾ ਉਹਨਾਂ ਦੇ ਅੰਦਰ ਵੱਸਦਾ ਅਸੀਂ ਉਹਦੀ ਪਹਿਚਾਣ ਕਰੀਏ, ਫਿਰ ਉਹਨੂੰ ਦੇਖੀਏ। ਅਤੇ ਜਦੋਂ ਅਸੀਂ ਉਹਨੂੰ ਦੇਖਾਂਗੇ ਅਤੇ ਜਦੋਂ ਇਹ ਦੇਹ ਛੱਡਾਂਗੇ, ਅਸੀਂ ਦੇਹ ਛੱਡਣ ਤੋਂ ਬਾਅਦ ਵੀ ਮਿਲ ਲਾਂਗੇ ਉੱਥੇ ਜਾ ਕੇ ਆਪਦੇ ਘਰ, ਕਿਉਂਕਿ ਅਸੀਂ ਅੰਦਰਲੇ ਦੀ ਪਹਿਚਾਣ ਕਰ ਲਈ। ਜਦ ਤੱਕ ਹੁਣ ਸਾਨੂੰ ਆਪਣੇ ਆਪੇ ਦੀ ਪਹਿਚਾਣ ਨਹੀਂ ਆਉਂਦੀ ਵੀ ਅਸੀਂ ਕੌਣ ਹਾਂ, ਉਹਨਾਂ ਸਮਾਂ ਅਸੀਂ ਉਹਨਾਂ ਦੀ ਵੀ ਨਹੀਂ ਪਹਿਚਾਣ ਕਰ ਸਕਦੇ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਸਾਡੇ ਨੇ, ਅਤੇ ਉਹ ਕੌਣ ਨੇ, ਉਹਦਾ ਸਾਨੂੰ ਪਤਾ ਕੋਈ ਨਹੀਂ ਵੀ ਉਹ ਹੈ ਕੌਣ ਨੇ। ਤਾਈਓ ਸਾਰੀ ਉਮਰ ਦਾ ਜੀਵ ਇਸ ਸਰੀਰ ਦੇ ਨਾਲ ਜੁੜਾ ਰਹਿੰਦਾ, ਮਾਇਆ ਦੇ ਨਾਲ। ਜਦੋਂ ਜੀਵ ਦੇਹ ਛੱਡ ਜਾਂਦਾ, ਜਦੋਂ ਆਪਾਂ ਕਹਿੰਦੇ ਵੀ ਮਰ ਗਿਆ, ਅਤੇ ਫਿਰ ਰੋਂਦੇ ਕੋਲ ਬੈਠ, ਜਦੋਂ ਫਿਰ ਰੋਂਦੇ ਅਤੇ ਫਿਰ ਮਹਾਰਾਜ ਕਹਿੰਦੇ ਵੀ ਹੁਣ ਤੁਸੀਂ ਰੋਂਦੇ ਕਾਹਤੋਂ, ਵੀ ਜਿਹੜੇ ਸਰੀਰ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਮੇਰਾ ਮਾਂ ਹੈ, ਇਹ ਮੇਰਾ ਪਿਓ ਹੈ, ਇਹ ਮੇਰਾ ਪੁੱਤਰ, ਇਹ ਮੇਰਾ ਧੀ, ਉਹ ਸਰੀਰ ਤਾਂ ਤੁਹਾਡੇ ਕੋਲ ਹੀ ਪਿਆ। ਵੀ ਤੁਸੀਂ ਇਹ ਸਰੀਰ ਨੂੰ ਹੀ ਕਹਿੰਦੇ ਸੀ, ਤੁਸੀਂ ਕਿਹੜਾ ਜਿਹੜਾ ਅੰਦਰ ਵੱਸਦਾ ਉਹਨੂੰ ਕਹਿੰਦੇ ਸੀ, ਉਹਦੀ ਤਾਂ ਪਹਿਚਾਣ ਹੀ ਨਹੀਂ ਕੀਤੀ। ਅਤੇ ਉਦੋਂ ਜੀਵ ਫਿਰ ਕਹਿੰਦੇ ਵੀ ਜਿਹੜਾ ਇਹਦੇ ਅੰਦਰ ਵੱਸਦਾ ਉਹ ਤਾਂ ਰੋਂਦੇ ਵੀ ਉਹਨੇ ਇਹਦੇ ਵਿੱਚ ਆਉਣਾ ਨਹੀਂ ਮੁੜ ਕੇ। ਅਤੇ ਸਤਿਗੁਰੂ ਕਹਿੰਦੇ ਉਹ ਤਾਂ ਹੁਣ ਵੀ ਰੋਜ਼ ਜਾਂਦਾ, ਦਿਨੇ ਇਹਦੇ ਵਿੱਚ ਆ ਜਾਂਦਾ ਸਰੀਰ ਦੇ, ਅਤੇ ਰਾਤ ਨੂੰ ਇਹ ਸਰੀਰ ਨੂੰ ਛੱਡ ਕੇ ਚਲਾ ਜਾਂਦਾ, ਇਹਦੇ ਵਿੱਚੋਂ ਨਿਕਲ ਜਾਂਦਾ। ਤੁਸੀਂ ਬਾਅਦ 'ਚੋਂ ਜੋ ਰੋਂਦੇ ਹੋ, ਬਾਅਦ 'ਚੋਂ ਜੋ ਵਿਰਾਗ ਕਰਦੇ ਹੋ, ਤੁਸੀਂ ਹੁਣ ਕਿਉਂ ਨਹੀਂ ਪਤਾ ਕਰਦੇ ਵੀ ਕਿੱਥੇ ਜਾਂਦਾ। ਹੁਣ ਤੁਹਾਡੇ ਕੋਲ ਸਮਾਂ ਹੈ, ਹੁਣ ਤੁਹਾਡੇ ਕੋਲ ਵਾਰੀ ਹੈ। ਜਦੋਂ ਸਾਡਾ ਸਮਾਂ ਹੀ ਖਤਮ ਹੋ ਗਿਆ, ਫਿਰ ਥੋੜ੍ਹੀ ਪਤਾ ਲੱਗਣਾ ਸਾਨੂੰ ਵੀ ਕਿੱਥੇ ਗਏ। ਜੇ ਸਾਨੂੰ ਹੁਣ ਨਹੀਂ ਪਤਾ ਲੱਗਦਾ ਵੀ ਅਸੀਂ ਦੇਹ ਛੱਡਣ ਤੋਂ ਮਗਰੋਂ ਕਿੱਥੇ ਜਾਂਦੇ ਹਾਂ, ਕਿਹੜੇ ਰਾਹ ਜਾਂਦੇ ਹਾਂ, ਕਿਹੜੇ ਰਾਹ ਫਿਰ ਵਾਪਸ ਆਉਂਦੇ, ਕਿੱਥੇ ਰਹਿੰਦੇ ਹਾਂ ਅਸੀਂ। ਜਿਵੇਂ ਹੁਣ ਸਾਨੂੰ ਕੋਈ ਪੁੱਛੇ ਵੀ ਅਸੀਂ ਘਰੋਂ ਬਾਹਰ
5-7 ਘੰਟੇ ਜਿੰਨਾ ਵੀ ਆਪਾਂ ਸੌਂਦੇ ਹਾਂ, ਕੋਈ 5 ਘੰਟੇ, ਕੋਈ 7 ਘੰਟੇ, ਕੋਈ 4 ਘੰਟੇ, ਜਿੰਨਾ ਵੀ ਸੌਂਦੇ। ਹੁਣ ਜੇ ਕੋਈ ਸਾਨੂੰ ਪੁੱਛੇ ਵੀ ਤੁਸੀਂ ਘਰੋਂ ਬਾਹਰ ਰਹੇ 5-7 ਘੰਟੇ, ਤੁਸੀਂ ਕਿੱਥੇ ਰਹੇ ਦੱਸੋ? 5-7 ਘੰਟੇ ਘਰ ਤੋਂ ਬਾਹਰ ਰਹੇ ਤੇ ਕਿੱਥੇ ਰਹੇ, ਕੀ ਕਰਦੇ ਰਹੇ? ਤੇ ਸਾਡੇ ਕੋਲ ਜੇ ਕੋਈ ਜਵਾਬ ਨਹੀਂ ਵੀ ਕਿੱਥੇ ਰਹੇ ਅਸੀਂ, ਕੀ ਕਰਦੇ ਰਹੇ, ਇਹਨੂੰ ਕਹਿੰਦੇ ਵੀ ਇਹ ਸੁੱਤਾ ਹੋਇਆ ਮਨ ਹੈ। ਜਿਹੜਾ ਇਹ ਸੁੱਤਾ ਹੋਇਆ, ਇਹਨੂੰ ਇਹ ਨਹੀਂ ਪਤਾ ਵੀ ਮੈਂ ਕਿੱਥੇ ਗਿਆ ਸੀ, ਵੀ ਇਹ ਅਗਿਆਨਤਾ ਦੇ ਵਿੱਚ ਖੇਲ ਰਹੇ ਨੇ। ਜਦੋਂ ਤਾਂ ਅਸੀਂ ਇੱਧਰੋਂ ਉੱਧਰ ਜਾਂਦੇ ਆਪਦੇ ਦੇਸ਼, ਸਾਨੂੰ ਇੱਧਰ ਦਾ ਭੁੱਲ ਜਾਂਦਾ ਸਾਰੇ। ਜਦੋਂ ਉੱਧਰੋਂ ਇੱਧਰ ਆਉਂਦੇ ਹਾਂ, ਸਾਨੂੰ ਉੱਧਰ ਦਾ ਭੁੱਲ ਜਾਂਦਾ ਸਾਰੇ ਵੀ ਅਸੀਂ ਕਿੱਥੋਂ ਆਏ, ਕਿਹਨੇ ਸਾਨੂੰ ਭੇਜੇ ਆ, ਕਿਹੜਾ ਸਾਡਾ ਪਰਿਵਾਰ ਹੈ, ਅਸੀਂ ਕਿੱਥੋਂ ਆਉਂਦੇ ਹਾਂ, ਕਿਹੜਾ ਸਾਡਾ ਦੇਸ਼ ਹੈ, ਫਿਰ ਸਾਡੇ ਦੇਸ਼ ਦੇ ਵਿੱਚ ਅਸੀਂ ਕਿਵੇਂ ਰਹਿੰਦੇ ਹਾਂ, ਉੱਥੇ ਅਸੀਂ ਕੀ ਖਾਂਦੇ ਹਾਂ, ਕੀ ਪਹਿਨਦੇ ਹਾਂ, ਕਿਵੇਂ ਉੱਥੇ ਰਹਿੰਦੇ ਹਾਂ, ਉਹ ਸਾਰਾ ਕੁਛ ਹੀ ਸਾਨੂੰ ਭੁੱਲ ਜਾਂਦਾ। ਤਾਂ ਕਹਿੰਦੇ ਵੀ ਇਹ ਸੁੱਤੇ ਪਏ। ਅਤੇ ਇਸ ਅਵਸਥਾ 'ਚ ਫਿਰ ਮਨ ਨੂੰ ਕਹਿੰਦੇ ਵੀ ਤੂੰ ਸੁੱਤਾ ਨਾ ਰਹਿ, ਤੂੰ ਹੁਣ ਜਾਗ ਪੈ, ਤੇਰਾ ਸਮਾਂ ਬੀਤਦਾ ਜਾ ਰਿਹਾ। ਜੇ ਤੂੰ ਸੁੱਤਾ ਹੀ ਰਿਹਾ, ਤੂੰ ਨਾ ਜਾਗਿਆ, ਤੇ ਤੂੰ ਜੀਵਨ ਦੀ ਬਾਜੀ ਨੂੰ ਹਾਰ ਜਾਏਂਗਾ। ਹੁਣ ਇਹ ਮੌਕਾ, ਇਹ ਵਾਰੀ ਸਿਰਫ ਸਾਨੂੰ ਹੋਣੀ, ਜਿੰਨਾ ਸਮਾਂ ਸਵਾਸ ਚੱਲ ਰਿਹਾ। ਜੇ ਤਾਂ ਅਸੀਂ ਜਾਗ ਪੈਂਦੇ, ਫਿਰ ਤਾਂ ਅਸੀਂ ਖੇਲ ਨੂੰ ਜਿੱਤ ਜਾਂਗੇ। ਜੇ ਅਸੀਂ ਸੁੱਤੇ ਹੀ ਰਹੇ ਤੇ ਅਸੀਂ ਹਾਰ ਜਾਣਾ ਭਰਮ ਦੇ ਵਿੱਚ ਜੀਵਨ ਦੀ ਬਾਜੀ ਨੂੰ। ਫਿਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡੇ ਨੇ, ਸਾਡਾ ਪਰਿਵਾਰ ਹੈ, ਅਸੀਂ ਇਹਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ, ਉਹਨਾਂ ਨੇ ਸਾਨੂੰ ਅੱਗੇ ਜੂਨਾਂ 'ਚ ਪਵਾ ਦੇਣਾ। ਕਿ ਅੱਗੇ ਮਹਾਰਾਜ ਦੱਸਦੇ ਵੀ ਇਹਦਾ ਸਾਡੇ ਸੰਜੋਗ ਅੱਗੇ ਵੀ ਪਤਾ ਨਹੀਂ ਕਿੰਨੀ ਕੁ ਵਾਰ ਜੁੜੇ। ਆਪਾਂ ਕੋਈ ਹੁਣ ਨਵੇਂ ਨਹੀਂ ਆਏ, ਕੋਈ ਹੁਣ ਨਵਾਂ ਨਹੀਂ ਸਾਡਾ ਸੰਜੋਗ ਜੁੜਿਆ। ਜੇ ਆਪਾਂ ਆਖੀ ਆਪਾਂ ਬੜੇ ਪੁਰਾਣੇ ਪਿਛਲੇ ਜਨਮਾਂ ਦੇ ਸੰਜੋਗੀ। ਮਹਾਰਾਜ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ, ਪਿਛਲੇ ਜਨਮਾਂ ਦੇ ਆਪਾਂ ਸੰਜੋਗੀ ਹਾਂ, ਇਕੱਠੇ ਹੋਏ। ਅਤੇ ਇਹ ਸਾਡੇ ਸੰਜੋਗ ਅੱਗੇ ਵੀ ਜੁੜਦੇ, ਪਤਾ ਨਹੀਂ ਕਿੰਨੀ ਕੁ ਵਾਰ ਜੁੜੇ, ਗਿਣਤੀ ਨਹੀਂ ਹੋ ਸਕਦੀ। ਕਿੰਨੀ ਕੁ ਵਾਰ, ਕਿੰਨੀਆਂ ਕੁ ਸਾਡੀਆਂ ਮਾਵਾਂ ਬਣੀਆਂ, ਕਿੰਨੇ ਸਾਡੇ ਪਿਓ ਬਣੇ, ਕਿੰਨਿਆਂ ਦੇ ਅਸੀਂ ਬੱਚੇ ਬਣੇ, ਜਾਂ ਕਿੰਨਿਆਂ ਦੇ ਆਪਾਂ ਮਾਂ ਪਿਓ ਬਣੇ। ਮਾਰੇ ਕਹਿੰਦੇ ਗਿਣਤੀ ਨਹੀਂ ਹੋ ਸਕਦੀ ਵੀ ਇੰਨੀ ਵਾਰ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਵਾਰ-ਵਾਰ ਆਏ। ਸਤਿਗੁਰੂ ਕਹਿੰਦੇ ਕਤ ਕੀ ਮਾਈ, ਬਾਪ ਕਤ ਕੇਰਾ, ਕਿਦੂ ਥਾਉ ਹਮਾਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਪਾਏ। ਵੀ ਇਹ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਸਾਡਾ ਸੰਜੋਗ ਹੋਇਆ, ਜਿਹਨੂੰ ਅਸੀਂ ਹੁਣ ਕਹਿੰਦੇ ਮੇਰੀ ਮਾਂ ਹੈ, ਮੇਰਾ ਪਿਓ ਹੈ, ਪਹਿਲਾਂ ਕੋਈ ਹੋਰ ਸੀ, ਉਸ ਤੋਂ ਪਹਿਲਾਂ ਕੋਈ ਹੋਰ ਸੀ, ਉਦੋਂ ਪਹਿਲਾਂ ਕੋਈ ਹੋਰ ਸੀ, ਗਿਣਤੀ ਹੀ ਨਹੀਂ ਹੋ ਸਕਦੀ। ਅਤੇ ਇਸ ਵਾਸਤੇ ਸਤਿਗੁਰੂ ਕਹਿੰਦੇ ਵੀ ਹੁਣ ਸਾਨੂੰ ਇਹ ਮਾਨਸ ਜਾਮਾ ਮਿਲਿਆ, ਅਤੇ ਕਾਹਦੇ ਵਾਸਤੇ ਮਿਲਿਆ, ਕਿਹੜੇ ਕੰਮ ਵਾਸਤੇ ਅਸੀਂ ਹੁਣ ਆਏ। ਹੁਣ ਕਹਿੰਦੇ ਵੀ ਤੁਸੀਂ ਪਹਿਚਾਣ ਕਰ ਲਓ ਆਪਣੇ ਆਪ ਵਿੱਚ। ਹੁਣ ਤੁਸੀਂ ਫੇਰ ਨਾ ਭਰਮ ਚਰਿਓ, ਫੇਰ ਨਾ ਵਾਪਸ ਮੁੜ ਜਿਓ। ਹੁਣ ਤੁਸੀਂ ਆਪਣੇ ਆਪ ਦੀ ਪਹਿਚਾਣ ਕਰਕੇ ਮਾਲਕ ਦੇ ਸਨਮੁਖ ਹੋ ਜਾਓ, ਪਰਮਾਤਮਾ ਦੇ। ਵੀ ਜਿਹੜਾ ਮਾਲਕ ਸੱਚ ਵਾਹਿਗੁਰੂ ਕਦੇ ਪੁਰਾਣਾ ਨਹੀਂ ਹੁੰਦਾ, ਅਤੇ ਨਾਮ ਹੈ ਜਿਹੜਾ ਕਦੇ ਮਿਲਣਾ ਨਹੀਂ ਹੁੰਦਾ। ਸੱਚ ਪੁਰਾਣਾ ਨਾ ਥੀਏ, ਨਾਮ ਨਾ ਮਿਲਾ ਹੋਏ। ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਪੁਰਾਣੀ ਹੁੰਦੀ, ਕੋਈ ਵੀ ਵਸਤੂ ਹੈ ਸੰਸਾਰੀ ਜਿਹੜੀ ਕਿਸੇ ਜੀਵ ਨੇ ਬਣਾਈ ਹੈ, ਉਹ ਵੀ ਪੁਰਾਣੀ ਹੁੰਦੀ। ਜਿਵੇਂ ਆਪਾਂ ਕੋਈ ਚੀਜ਼ ਨਵੀਂ ਲੈ ਲਈਏ ਤਾਂ ਉਹਨੇ ਪੁਰਾਣੀ ਹੋਣਾ ਹੀ ਹੋਣਾ। ਇਸੇ ਤਰ੍ਹਾਂ ਹੀ ਸਾਡਾ ਸਰੀਰ, ਇਹ ਵੀ ਪੁਰਾਣਾ ਹੋ ਜਾਂਦਾ। ਜਾਣੀ ਦੀ ਹਰ ਇੱਕ ਚੀਜ਼ ਇੱਧਰ ਪੁਰਾਣੀ ਹੁੰਦੀ, ਸਿਰਫ ਇੱਕ ਮਾਲਕ ਹੀ ਹੈ ਵਾਹਿਗੁਰੂ ਪਰਮਾਤਮਾ, ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ, ਸਦਾ ਨਵਾਂ ਹੈ, ਰੋਜ਼ ਨਵਾਂ ਹੈ।
ਤੇ ਇਸ ਕਰਕੇ ਫਿਰ ਪੁਰਾਣੀ ਚੀਜ਼ ਦਾ ਚਾਅ ਵੀ ਲੈ ਜਾਂਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਕੋਈ ਚੀਜ਼ ਨਵੀਂ ਲੈ ਲਈਏ, ਕਿੰਨੀ ਵਧੀਆ ਲੈ ਲਈਏ, ਮਹਿੰਗੀ ਤੋਂ ਮਹਿੰਗੀ ਲੈ ਲਈਏ, ਉਹਦਾ ਚਾਅ ਥੋੜ੍ਹਾ ਸਮਾਂ ਹੀ ਆ, ਮੁੜ ਕੇ ਉਹਦਾ ਚਾਅ ਲੱਥ ਜਾਂਦਾ, ਫਿਰ ਹੋਰ ਚਾਹੀਦੀ। ਹੁਣ ਪਰਮਾਤਮਾ ਜੋ ਹੈ ਉਹ ਕਦੇ ਪੁਰਾਣਾ ਨਹੀਂ ਹੁੰਦਾ, ਇਸ ਕਰਕੇ ਜਿਹੜਾ ਆਪਣਾ ਚਾਅ ਉਹ ਕਦੇ ਖਤਮ ਨਹੀਂ ਹੁੰਦਾ। ਸਾਡਾ ਪਿਆਰ ਕਦੇ ਖਤਮ ਨਹੀਂ ਹੁੰਦਾ, ਕਿਉਂਕਿ ਉਹ ਸਦਾ ਨਵਾਂ ਹੈ। ਇਸ ਲਈ ਮਹਾਰਾਜ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ ਵੀ ਉਹ ਸਦਾ ਹੀ ਨਵਾਂ, ਰੋਜ਼ ਨਵਾਂ, ਨਿਤ ਨਵਾਂ। ਅਤੇ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਜਿਹਨੇ ਕਦੇ ਪੁਰਾਣਾ ਨਹੀਂ ਹੋਣਾ, ਮਾਲਕ ਨੇ, ਜਿਹਨੇ ਸਾਨੂੰ ਕਦੇ ਛੱਡਣਾ ਨਹੀਂ, ਤੁਸੀਂ ਉਹਦੇ ਸਨਮੁਖ ਤਾਂ ਹੋਵੋ, ਉਹਨੂੰ ਦੇਖੋ ਤਾਂ ਸਹੀ ਵੀ ਉਹ ਕਿਹੋ ਜਿਹਾ। ਵੀ ਸੰਸਾਰ ਦਾ ਤਾਂ ਅਸੀਂ ਸਾਰਾ ਕੁਛ ਦੇਖ ਲਿਆ ਵੀ ਹਰ ਇੱਕ ਚੀਜ਼ ਪੁਰਾਣੀ ਹੋ ਜਾਂਦੀ, ਵੀ ਐਸੀ ਵੀ ਕੋਈ ਚੀਜ਼ ਹੈ ਜਿਹੜੀ ਕਦੇ ਪੁਰਾਣੀ ਨਹੀਂ ਹੁੰਦੀ, ਜਿਹੜੀ ਸਦਾ ਨਵੀਂ, ਨਿੱਤ ਨਵੀਂ, ਰੋਜ਼ ਨਵੀਂ। ਅਤੇ ਉਹ ਤਾਂ ਸਿਰਫ ਇੱਕ ਮਾਲਕ ਹੀ ਹੈ, ਪਰਮਾਤਮਾ ਵਾਹਿਗੁਰੂ, ਬਾਕੀ ਸਭ ਕੁਛ ਪੁਰਾਣਾ ਹੋ ਜਾਂਦਾ। ਤਾਈਓ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਦੇ ਨਾਲ ਜੁੜੋ, ਉਹਨੂੰ ਦੇਖੋ ਪਰਮਾਤਮਾ ਨੂੰ ਵੀ ਉਹ ਕਿਹੋ ਜਿਹਾ। ਅਤੇ ਉਹਨੂੰ ਦੇਖਣ ਵਾਸਤੇ ਸਾਨੂੰ ਜਾਗਣਾ ਪੈਣਾ। ਜੇ ਅਸੀਂ ਜਾਗਾਂਗੇ ਤਾਂ ਫਿਰ ਦੇਖਾਂਗੇ, ਜੇ ਸੁੱਤੇ ਪਏ ਹਾਂ ਸੁੱਤਿਆਂ ਨੂੰ ਦਿਸਦਾ ਨਹੀਂ। ਜਿਵੇਂ ਆਪਾਂ ਸੌਂ ਜਾਈਏ ਸਰੀਰ ਕਰਕੇ, ਅੱਖਾਂ ਅਸੀਂ ਬੰਦ ਕੀਤੀਆਂ ਹੁਣ, ਅਤੇ ਬੰਦ ਕੀਤੀਆਂ ਅੱਖਾਂ ਤੋਂ ਕੁਛ ਦਿਖਦਾ ਨਹੀਂ, ਸੁੱਤਿਆਂ ਨੂੰ ਕੁਛ ਦਿਖਦਾ ਨਹੀਂ। ਜਦੋਂ ਜਾਗਾਂਗੇ, ਅੱਖਾਂ ਖੋਲ੍ਹਾਂਗੇ ਅਤੇ ਫਿਰ ਸਾਨੂੰ ਨਜ਼ਰ ਆਏਗਾ, ਫਿਰ ਸਾਨੂੰ ਦਿਸੇਗਾ। ਔਰ ਇਸੇ ਤਰ੍ਹਾਂ ਹੀ ਜਦ ਤੱਕ ਸਾਡਾ ਮਨ ਸੁੱਤਾ, ਸਾਨੂੰ ਪਰਮਾਤਮਾ ਦਿਸਦਾ ਨਹੀਂ ਹੈ। ਜਦੋਂ ਅਸੀਂ ਜਾਗ ਪਾਂਗੇ ਫਿਰ ਸਾਨੂੰ ਉਹ ਅੰਦਰ ਵੀ ਦਿਸੇਗਾ ਅਤੇ ਫਿਰ ਸਾਨੂੰ ਉਹ ਬਾਹਰ ਵੀ ਦਿਸੇ। ਤਾਂ ਫਿਰ ਮਨ ਨੂੰ ਕਹਿੰਦੇ ਵੀ ਜਾਗ, ਸੁੱਤਾ ਨਾ ਰਹੇ। ਅਤੇ ਜਾਗਣ ਵਾਸਤੇ ਕਹਿੰਦੇ ਸਿਮਰਨ ਕਰੋ, ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਓ। ਮਹਾਰਾਜ ਫਰਮਾਉਂਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਆਓ ਹੁਣ ਕਿਵੇਂ ਆਪਾਂ ਇਸ ਸੁੱਤੇ ਹੋਏ ਮਨ ਨੂੰ ਜਗਾਉਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਲਗਾਤਾਰ ਸਿਮਰਨ ਕਰਦੇ ਹਾਂ, ਫਿਰ ਆਪਣਾ ਜੋ ਮਨ ਹੈ ਇਹ ਜਾਗਤ ਅਵਸਥਾ 'ਚ ਹੁੰਦਾ, ਫਿਰ ਇਹ ਜਾਗੇ। ਜਦੋਂ ਮਨ ਜਾਗ ਪਿਆ, ਜਾਗੇ ਮਨ ਦੀ ਇਹ ਨਿਸ਼ਾਨੀ ਹੈ, ਉਹ ਕਿਸੇ ਨਾਲ ਲੜਦਾ ਨਹੀਂ। ਜਦੋਂ ਮਨ ਜਾਗ ਪਏਗਾ ਨਾ, ਉਹ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਕਰੇਗਾ, ਉਹ ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰੇਗਾ। ਉਹ ਪਰਮਾਤਮਾ ਦਾ ਰੂਪ ਜਾਣ ਕੇ ਸਭ ਦਾ ਸਤਿਕਾਰ ਕਰਦਾ ਅਤੇ ਸਭ ਦੇ ਨਾਲ ਪਿਆਰ ਕਰਦਾ। ਸਭ ਦੇ ਅੰਦਰ ਵੀ ਉਹ ਮਾਲਕ ਨੂੰ ਦੇਖਦਾ। ਜਦੋਂ ਸਾਹਮਣੇ ਸਰਗਾ ਰੂਪ ਆਉਂਦਾ, ਉਹਨੂੰ ਵੀ ਹੱਥ ਜੋੜ ਕੇ ਫਤਿਹ ਬੁਲਾਉਂਦਾ, ਅਤੇ ਸਾਹਮਣੇ ਨਿਰਗੁਣ ਹੈ, ਸਵਾਸ ਦੇ ਰਿਹਾ, ਅਤੇ ਉਹਨੂੰ ਵੀ ਸੀਸ ਝੁਕਾਉਂਦਾ, ਉਹਨੂੰ ਵੀ ਫਤਿਹ ਬੁਲਾਉਂਦਾ। ਇਹ ਫਿਰ ਜਾਗੇ ਮਨ ਦੀ ਨਿਸ਼ਾਨੀ ਮਹਾਰਾਜ ਦੱਸਦੇ। ਔਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ। ਨੈਮਕ ਨੈਮਕ ਠਾਕਰ ਨਮਸਕਾਰੇ, ਨਾਨਕ ਅਪਰ ਸਗਲ ਨਿਸਤਾਰੇ। ਜਦੋਂ ਮਨ ਜਾਗ ਪਿਆ, ਉਦੋਂ ਆਪਣੀ ਇਹ ਅਵਸਥਾ ਬਣ ਜਾਂਦੀ। ਅਤੇ ਇਸ ਕਰਕੇ ਕਹਿੰਦੇ ਵੀ ਜਾਗੋ। ਜਾਗਾਂਗੇ ਅਤੇ ਸਭ ਦੇ ਵਿੱਚ ਮਾਲਕ ਨੂੰ ਦੇਖ ਲਾਂ, ਜਾਗਾਂਗੇ ਅਤੇ ਆਪਦਾ ਘਰ ਨਜ਼ਰ ਆਏਗਾ, ਜਿਹੜਾ ਸਾਨੂੰ ਮਾਲਕ ਨੇ ਬਹੁਤ ਸੋਹਣਾ ਬਣਾ ਕੇ ਦਿੱਤਾ, ਜਿਹਨੂੰ ਹਰਿਮੰਦਰ ਕਹਿੰਦੇ। ਮਹਾਰਾਜ ਕਹਿੰਦੇ ਹਰ ਕਾ ਮੰਦਰ ਸੋਹਣਾ, ਕੀਆ ਕਰ ਨਿਹਾਰ। ਰਾਵ ਸਸ ਦੀਪ ਅਨੂਪ ਜੋਤ, ਤ੍ਰੈ ਭਵਨ ਜੋਤ ਅਪਾਰ। ਵੀ ਸਾਡਾ ਜੋ ਘਰ ਹੈ, ਮੰਦਰ ਜੋ ਮਾਲਕ ਨੇ ਬਣਾ ਕੇ ਦਿੱਤਾ, ਬਹੁਤ ਸੋਹਣਾ ਬਣਾ ਕੇ ਦਿੱਤਾ। ਉਹਦੇ ਅੱਗੇ ਦੋ ਦੀਪਕ ਜਗਦੇ, ਚੰਦ ਸੂਰਜ, ਉਹਦੇ ਵਿੱਚ ਅਨੂਪ ਜੋਤ, ਬ੍ਰਹਮ ਜੋਤ ਦਾ ਪ੍ਰਕਾਸ਼, ਅਤੇ ਬੜਾ ਸੋਹਣਾ। ਅਤੇ ਜੇ ਅਸੀਂ ਜਾਗਾਂਗੇ, ਸਾਨੂੰ ਹਰਿਮੰਦਰ ਆਪਦਾ ਘਰ ਜਿਹੜਾ ਮਾਲਕ ਨੇ ਇੰਨਾ ਸੋਹਣਾ ਬਣਾ ਕੇ ਦਿੱਤਾ, ਉਹ ਸਾਨੂੰ ਨਜ਼ਰ ਆਏਗਾ, ਅਸੀਂ ਦੇਖਾਂਗੇ। ਸੋ ਇਸ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਵੀ ਜਾਗੋ। ਅਤੇ ਜਾਗਣ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਹੈ, ਅਤੇ ਨਾਲ ਨਾਲ ਜੋ ਮਹਾਰਾਜ ਆਪਾਂ ਨੂੰ ਰਹਿਤਾਂ ਦੱਸਦੇ, ਉਹ ਰਹਿਤਾਂ ਰੱਖਣਾ। ਕਿਸੇ ਦੀ ਆਪਾਂ ਨਿੰਦਿਆ ਨਹੀਂ ਕਰਨੀ, ਨਾ ਹੀ ਸੁਣਨੀ। ਇਹ ਰਹਿਤ ਹੈ, ਪਰਹੇਜ਼ ਰੱਖਣਾ। ਕਿਸੇ ਨਾਲ ਆਪਾਂ ਮਨ 'ਚ ਦੁਵਿਧਾ ਨਹੀਂ ਰੱਖਣੀ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਨੀ ਮਨ ਦੇ ਵਿੱਚ, ਚਾਹੇ ਕੋਈ ਵੀ, ਕਿਸੇ ਨਾਲ ਨਹੀਂ ਰੱਖਣਾ। ਅਤੇ ਜੇ ਸਾਡੇ ਅੰਦਰ ਕਿਸੇ ਪ੍ਰਥਾਏ ਵੀ ਕੋਈ ਵੈਰ ਵਿਰੋਧ ਹੈਗਾ ਹੈ, ਕੋਈ ਦੁਵਿਧਾ ਹੈਗੀ, ਉਹ ਦੁਵਿਧਾ ਨੂੰ ਖਤਮ ਕਰ ਲੈਣਾ, ਉਹ ਮਨ ਦੇ ਵਿੱਚ ਨਹੀਂ ਰੱਖਣਾ। ਜਿਸ ਨੂੰ ਮਹਾਰਾਜ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਏ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਸ਼ਾਈ। ਬਈ ਜਿਹਦੇ ਨਾਲ ਦੁਵਿਧਾ, ਅਗਲਾ ਇਕੱਠੇ ਹੋ ਕੇ ਬੈਠੋ, ਉਹਦੇ ਨਾਲ ਬੈਠ ਕੇ ਸਿਮਰਨ ਕਰੋ ਅਤੇ ਦੁਵਿਧਾ ਖਤਮ ਹੋ ਜੀ। ਜੇ ਹੁਣ ਕਈ ਜੀਵ ਦੁਵਿਧਾ ਕਰਦੇ ਅਤੇ ਉਹ ਆਪਣੇ ਨਾਲ ਬਹਿੰਦੇ ਵੀ ਨਹੀਂ, ਆਪਾਂ ਆਖਾਂਗੇ ਵੀ ਸਿਮਰਨ ਕਰ ਲਓ ਅੱਜ, ਉਹ ਸਿਮਰਨ ਨਹੀਂ ਕਰਨਗੇ, ਉਹ ਬੈਠਣਗੇ ਨਹੀਂ। ਫਿਰ ਆਪਾਂ ਆਪ ਹੀ ਸਿਮਰਨ ਕਰਕੇ ਆਪਦੀ ਦੁਵਿਧਾ ਖਤਮ ਕਰ ਲੈਣੀ, ਆਪਣੇ ਅੰਦਰ ਨਹੀਂ ਰੱਖਣੀ। ਜੇ ਕੋਈ ਆਪਣੇ ਨਾਲ ਕਰਦਾ, ਉਹ ਕਰੀ ਜਾਵੇ। ਜੇ ਕੋਈ ਆਪਣੇ ਨਾਲ ਈਰਖਾ ਕਰਦਾ, ਨਫ਼ਰਤ ਕਰਦਾ, ਉਹ ਕਰੀ ਜਾਵੇ, ਆਪਾਂ ਨਹੀਂ ਕਰਨੀ। ਅਤੇ ਹਉਮੈ ਤੋਂ ਮਨ ਨੂੰ ਰਹਿਤ ਰੱਖਣਾ, ਅਤੇ ਲੋਕ ਲੱਜਾ ਤੋਂ ਉੱਪਰ ਉੱਠਣਾ। ਲੋਕ ਲੱਜਾ 'ਚ ਇਹ ਹੁੰਦਾ ਵੀ ਜੇ ਅਸੀਂ ਸਿਮਰਨ ਕਰਾਂਗੇ ਤਾਂ ਲੋਕ ਕੀ ਕਹਿਣਗੇ, ਇਹਨੂੰ ਲੋਕ ਲੱਜਾ ਕਹਿੰਦੇ। ਜੇ ਅਸੀਂ ਸੰਗਤ 'ਚ ਜਾਵਾਂਗੇ, ਗੁਰੂ ਘਰ ਜਾਵਾਂਗੇ, ਸਾਨੂੰ ਲੋਕ ਕੀ ਆਖਣਗੇ, ਇਹਨੂੰ ਲੋਕ ਲੱਜਾ ਕਹਿੰਦੇ। ਇਹ ਤੋਂ ਉੱਪਰ ਉੱਠਣਾ, ਲੋਕ ਲੱਜਾ ਤੋਂ ਉੱਪਰ ਉੱਠ ਕੇ ਪਰਮਾਤਮਾ ਦਾ ਸਿਮਰਨ ਕਰਨਾ, ਗੁਰਬਾਣੀ ਗੁਰੂ ਦੀ ਵਿਚਾਰ ਕਰਨੀ। ਇਸ ਤੋਂ ਪਹਿਲਾਂ ਵੀ ਸੰਸਾਰੀ ਜੀਵ ਆਪਣੇ ਕੋਲ ਨਿੰਦਿਆ ਸ਼ੁਰੂ ਕਰੇ, ਅਤੇ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਸ਼ੁਰੂ ਕਰ ਦਈਏ ਪਹਿਲਾਂ ਹੀ। ਜੇ ਤਾਂ ਉਹ ਗਾਹਕ ਹੈ, ਫਿਰ ਤਾਂ ਉਹ ਸੁਣੇਗਾ। ਜੇ ਉਹ ਨਹੀਂ ਗਾਹਕ,
फिर वो अपना साथ ही छड्ड जी, फिर उन्हें अपने कोल आउणा ही नहीं भी इहदे कोल की लैण जाना, इहदे कोल तां वाहिगुरू तो बिना होर कोई गल ही नहीं। सो आपां नूं फिर उहदा फायदा हो जाता, अपना बचाव उहदे विच। आप आपदा सिमरन करांगे, नहीं तो उन्हें मैल ला देनी सी। कित्थे तां आपां सिमरन करके मैल लाउने ते वो अपने ते आके गंदगी पा जांदा। इस वास्ते फिर नाल नाल परहेज रखने ते ऐसी वास्ते चलना, हम नहीं चंगे बुरा नहीं कोई। जदों असीं इस वास्ते च मन नूं लैके जावांगे, सिमरन करांगे, नाल नाल ही परहेज रखांगे, ते फिर असीं जागांगे जागांगे। फिर नहीं असीं सुते रहांगे, फिर तो जाग ही पैना ते सुते ही इहदे विच। किसी की निंदिया करते निंदिया च सुता पिया, कोई वैर विरोध की गल करता उहदे च सुता पिया, कोई ईरखा च नफरत च सुता पिया, इहदे च ही सुते हुए। जदों असीं ये सारा कुछ छड्ड दिता, सिमरन करन लग गए, जाग ही पए, फिर तो मन जाग पिया। ते जदों जाग पिया ते फिर साडा सवेरा, फिर असीं गुरबाणी गुरू नूं मन्नांगे जदों असीं जागांगे। सो इस वास्ते हुण गुरमुख भी आपां वध तों वध सिमरन करना, गुरबाणी गुरू नूं पढ़ के विचारना, ते वध तों वध ही आपां सत्संग च करना। ये जो सारा भेद आपां नूं गुरबाणी गुरू द्वारा दिता, महापुरखां ने, भाई साहब भाई सेवा सिंह जी धर्माला, कि जो साडे सारिਆਂ ਦੇ जीवन का मकसद निरंकार सच वाहिगुरू नूं मिलना, ਉਹਦੇ ਵਿੱਚ ਸਮਾਉਣਾ, ਲੀਨ ਹੋਣਾ, किवें असीं समा सकते हैं, किवें असीं ਉਹਨੂੰ मिलना, ये आपां नूं गुरबाणी गुरू द्वारा सारा भेद दिता। आपां भी सारे भेद लैके अपने जीवन का जो लाहा है, असल मकसद उन्होंने पूरा कर सकते हैं, तो सदा लिए सुखी हो सकते, सदा वास्ते अमर हो सकते, सदा लिए अपना आवागमन जिहड़ा ये खत्म कर सकते हैं। सो इन्नियां बेनतियां, इन्ने विचार करदे होए, जे कोई ऐसा शब्द बोलिया गया हो, संगत अते सतगुरु बख्शण जोग ने बख्श लेना जी। वाहिगुरू जी का खालसा, वाहिगुरू जी की फतेह। वाहिगुरू वाहिगुरू।